ਸਾਰੇ ਭਰਾਵਾਂ ਨੂੰ ਜੈ ਮਸੀਹ ਦੀ। ਸੋ ਪਹਿਲਾਂ ਦੀ ਤਰ੍ਹਾਂ ਫੇਰ ਅੱਜ ਇੱਕ ਛੋਟਾ ਜਿਹਾ ਟੌਪਿਕ ਲੈ ਕੇ ਮੈਂ ਤੁਹਾਡੇ ਕੋਲ ਹਾਜ਼ਰ ਹੋਇਆ ਹਾਂ। ਅੱਜ ਦਾ ਜੋ ਟੌਪਿਕ ਹੈ ਪਵਿੱਤਰ ਦੇ ਖੁਦਾਬੰਦ ਖੁਦਾ ਦੇ ਕਲਾਮ ਦੇ ਵਿੱਚੋਂ ਪਵਿੱਤਰ ਬਲੀਦਾਨ ਦੇ ਉੱਤੇ ਟੌਪਿਕ ਹੈ ਕਿ ਪਰਮੇਸ਼ਵਰ ਸਾਡੇ ਕੋਲੋਂ ਕਿਹੜੇ ਬਲੀਦਾਨ ਦੀ ਮੰਗ ਕਰਦਾ ਹੈ। ਸੋ ਬਚਨ ਦੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਦੁਆ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਇਹ ਖੁਦਾਬੰਦ ਖੁਦਾ ਸੈਨਾ ਦੇ ਯਹੋਵਾ, ਅਸੀਂ ਤੇਰੇ ਅੱਗੇ ਖੁਦਾਬੰਦ ਖੁਦਾ ਤੁਹਾਡੇ ਪੈਰੇ ਤੇ ਇਕਲੌਤੇ ਪੁੱਤਰ ਯਿਸੂ ਨਾਸਰੀ ਦੇ ਪਵਿੱਤਰ ਨਾਮ ਦੇ ਵਿੱਚ ਆਉਂਦੇ ਹਾਂ। ਸਾਨੂੰ ਕਬੂਲ ਕਰ ਖੁਦਾਬੰਦ ਖੁਦਾ, ਸਾਡੀ ਪ੍ਰਾਰਥਨਾ ਤੇ ਕੰਨ ਲਗਾ, ਸਾਡੀ ਪ੍ਰਾਰਥਨਾ ਦਾ ਉੱਤਰ ਦੇ ਖੁਦਾਬੰਦ ਖੁਦਾ। ਅਸੀਂ ਜਾਣਦੇ ਹਾਂ ਕਿ ਅਸੀਂ ਉਹ ਕੰਮ ਕੀਤੇ ਖੁਦਾਬੰਦ ਖੁਦਾ ਜੋ ਮਾਫੀ ਦੇ ਲਾਇਕ ਨਹੀਂ ਸੀ। ਖੁਦਾਬੰਦ ਖੁਦਾ, ਅਸੀਂ ਜਾਣਦੇ ਹਾਂ ਕਿ ਅਸੀਂ ਤੇਰੇ ਵਚਨ ਦੇ ਖਿਲਾਫ ਹੋਏ। ਅਸੀਂ ਜਾਣਦੇ ਹਾਂ ਕਿ ਅਸੀਂ ਤੇਰੇ ਵਚਨਾਂ ਨੂੰ ਤੋੜਿਆ। ਮੇਰੇ ਪਰਮੇਸ਼ਵਰ ਖੁਦਾਬੰਦ ਖੁਦਾ, ਦਿਆਲੂ ਪਰਮੇਸ਼ਵਰ, ਆਪਣੀ ਦਇਆ ਨੂੰ, ਆਪਣੀ ਕਿਰਪਾ ਨੂੰ ਸਾਡੇ ਤੇ ਜ਼ਾਹਿਰ ਕਰ। ਪਰਮੇਸ਼ਵਰ, ਸਾਡੇ ਗੁਨਾਹਾਂ ਪਾਪਾਂ ਨੂੰ ਜੋ ਅਸੀਂ ਆਪਣੇ ਪੁਰਾਣੇ ਅਤੀਤ ਦੇ ਵਿੱਚ, ਪੁਰਾਣੇ ਵਿਅਕਤੀਗਤ ਦੇ ਵਿੱਚ ਕੀਤੇ, ਮੇਰੇ ਪਰਮੇਸ਼ਵਰ ਸਾਨੂੰ ਮਾਫ ਕਰ। ਕਿਉਂਕਿ ਪਰਮੇਸ਼ਵਰ ਤੇਰੇ ਵਚਨ ਦੇ ਵਿੱਚ ਲਿਖਿਆ ਗਿਆ ਕਿ ਤੂੰ ਟੁੱਟਿਆਂ ਦਿਲਾਂ ਨੂੰ ਜੋੜਨ ਵਾਲਾ, ਰੋਂਦਿਆਂ ਨੂੰ ਚੁੱਪ ਕਰਾਉਣ ਵਾਲਾ, ਬੇਘਰਾਂ ਨੂੰ ਘਰ ਦੇਣ ਵਾਲਾ ਹੈ। ਜੋ ਕੋਈ ਜਨ ਤੇਰੇ ਅੱਗੇ ਪਰਮੇਸ਼ਵਰ ਆਪਣੇ ਗੁਨਾਹਾਂ ਦੀ ਤੌਬਾ ਕਰਦਾ ਹੈ ਅਤੇ ਤੇਰੇ ਪਿਆਰੇ ਬੇਟੇ ਯਿਸੂ ਨਾਸਰੀ ਦੇ ਨਾਮ ਦੇ ਉੱਤੇ ਨਿਸ਼ਚਾ ਕਰਦਾ ਤੇ ਉਸ ਨੂੰ ਪਹਿਨਦਾ ਹੈ, ਤੂੰ ਉਸਦੇ ਗੁਨਾਹਾਂ ਨੂੰ ਮਾਫ ਕਰ ਲੈਂਦਾ। ਖੁਦਾਬੰਦ ਖੁਦਾ, ਅਸੀਂ ਤੇਰੇ ਨਾਲ ਪ੍ਰੋਮਿਸ ਕਰਦੇ ਹਾਂ ਕਿ ਅਸੀਂ ਅਗਾਂਹ ਤੋਂ ਕਦੀ ਗਲਤ ਕੰਮ, ਕੋਈ ਪਾਪ ਨਹੀਂ ਕਰਾਂਗੇ। ਪਰਮੇਸ਼ਵਰ, ਸਾਨੂੰ ਆਪਣੇ ਪਿਆਰੇ ਤੇ ਇਕਲੌਤੇ ਪੁੱਤਰ ਮਸੀਹ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਮਾਫ ਕਰ। ਖੁਦਾਬੰਦ ਖੁਦਾ, ਅਸੀਂ ਜਾਣਦੇ ਹਾਂ ਕਿ ਅਸੀਂ ਯਿਸੂ ਮਸੀਹ ਨਾਸਰੀ ਦੇ ਲਹੂ ਦੇ ਨਾਲ ਖਰੀਦੇ ਗਏ ਹਾਂ। ਅਸੀਂ ਉਸਦੇ ਕਰੂਸ ਤੇ ਚੜ੍ਹਾਉਣ ਦੇ ਨਾਲ ਪਵਿੱਤਰ ਹੋ ਗਏ ਹਾਂ। ਸਾਡਾ ਉਹ ਇਨਸਾਨ ਜੋ ਸਾਨੂੰ ਖੁਦਾਬੰਦ ਖੁਦਾ ਮਾਤਾ ਦੇ ਗਰਭ ਤੋਂ ਲੈ ਕੇ ਹੁਣ ਤੱਕ ਪਰਮੇਸ਼ਵਰ ਬੁਰਾਈ ਦੇ ਵਿੱਚ ਲੈ ਕੇ ਜਾਂਦਾ ਰਿਹਾ। ਪਰਮੇਸ਼ਵਰ, ਅਸੀਂ ਉਹਦੇ ਕਾਰਨ ਪਰਮੇਸ਼ਵਰ ਅਸੀਂ ਸ਼ਰਮਿੰਦਾ ਹੋਏ ਅਤੇ ਯਿਸੂ ਮਸੀਹ ਨੇ ਸਾਨੂੰ ਉਸ ਗੁਨਾਹ ਤੋਂ, ਉਸ ਕਰੂਸ ਦੇ ਉੱਤੇ ਆਪਣੀ ਜਾਨ ਦੇ ਕੇ ਮੁਕਤ ਕਰ ਦਿੱਤਾ। ਅਸੀਂ ਹੁਣ ਗੁਲਾਮ ਨਹੀਂ ਹਾਂ। ਅਸੀਂ ਪਰਮੇਸ਼ਵਰ ਜੀ ਯਿਸੂ ਮਸੀਹ ਦੇ ਲਹੂ ਦੇ ਨਾਲ ਖਰੀਦੇ ਹੋਏ। ਅਸੀਂ ਹੁਣ ਯਿਸੂ ਮਸੀਹ ਦੇ ਨਾਮ ਦੇ ਵਿੱਚ ਪੁੱਤਰ ਕਹਿਲਾਉਣ ਦੇ ਲਾਇਕ ਹਾਂ। ਖੁਦਾਬੰਦ ਖੁਦਾ, ਸਾਨੂੰ ਕਬੂਲ ਕਰ ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਸਾਡੀ ਦੁਆ ਪ੍ਰਾਰਥਨਾ ਨੂੰ ਸੁਣਿਆ ਤੇ ਕਬੂਲ ਕੀਤਾ। ਤੁਹਾਡਾ ਧੰਨਵਾਦ। ਤੁਹਾਡੇ ਪਿਆਰੇ ਤੇ ਇਕਲੌਤੇ ਪੁੱਤਰ ਯਿਸੂ ਮਸੀਹ ਨਾਸਰੀ ਦੇ ਨਾਮ ਦੇ ਵਿੱਚ ਮੰਗ ਲੈਂਦੇ ਹਾਂ। ਆਮੀਨ ਆਮੀਨ ਆਮੀਨ। ਸੋ ਪਵਿੱਤਰ ਕਲਾਮ, ਪਵਿੱਤਰ ਬਾਈਬਲ ਦੇ ਵਿੱਚੋਂ ਅੱਜ ਦਾ ਬਚਨ ਓਪਨ ਕਰਦੇ ਹਾਂ। ਸੋ ਖੋਲ੍ਹਦੇ ਹਾਂ ਓਲਡ ਸਮੈਸਟਰ ਦੇ ਵਿੱਚੋਂ, ਜ਼ਬੂਰਾਂ ਦੇ ਵਿੱਚੋਂ 50ਵੇਂ ਜ਼ਬੂਰ ਦੀ 23 ਆਇਤ, 15 ਜ਼ਬੂਰ ਦੀ 23 ਪੜ੍ਹਦੇ ਹਾਂ। ਸੋ ਲਿਖਿਆ ਗਿਆ ਹੈ, ਜਿਹੜਾ ਧੰਨਵਾਦ ਦਾ ਬਲੀਦਾਨ ਚੜਾਉਂਦਾ ਹੈ ਉਹ ਮੇਰੀ ਵਡਿਆਈ ਕਰਦਾ ਹੈ, ਅਤੇ ਜਿਹੜਾ ਆਪਣੀ ਚਾਲ ਸੁਧਾਰਦਾ ਹੈ ਮੈਂ ਉਹਨੂੰ ਪਰਮੇਸ਼ਵਰ ਦੀ ਮੁਕਤੀ ਵਿਖਾਵਾਂਗਾ। ਆਮੀਨ। ਖੁਦਾਬੰਦ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਗਿਆ ਹੈ, ਜਿਹੜਾ ਧੰਨਵਾਦ ਦਾ ਬਲੀਦਾਨ ਚੜਾਉਂਦਾ ਹੈ ਉਹ ਮੇਰੀ ਵਡਿਆਈ ਕਰਦਾ ਹੈ। ਆਪਾਂ ਦੇਖਦੇ ਹਾਂ ਕਿ ਅਸੀਂ ਸਾਰੇ ਪਰਮੇਸ਼ਵਰ ਦੇ ਅੱਗੇ ਜਦੋਂ ਵੀ ਜਾਂਦੇ ਹਾਂ, ਆਪਣੀਆਂ ਦੁਆਵਾਂ ਪ੍ਰਾਰਥਨਾ ਨੂੰ ਰੱਖਦੇ ਹਾਂ ਅਤੇ ਪਰਮੇਸ਼ਵਰ ਦੇ ਕੋਲੇ ਜਾ ਕੇ ਆਪਣੇ ਦੁੱਖਾਂ ਸੁੱਖਾਂ ਨੂੰ ਸਾਂਝਾ ਕਰਦੇ ਹਾਂ ਅਤੇ ਪਰਮੇਸ਼ਵਰ ਤੋਂ ਬਲੈਸਿੰਗ ਦੀ ਉਮੀਦ ਰੱਖਦੇ ਹਾਂ। ਸੋ ਪਰਮੇਸ਼ਵਰ ਦਾ ਬਚਨ ਸਾਨੂੰ ਕਹਿੰਦਾ ਹੈ ਕਿ ਤੂੰ ਧੰਨਵਾਦ ਦੀ ਭੇਟ ਚੜਾ। ਸੋ ਮੈਂ ਦੇਖਿਆ ਬਹੁਤ ਸਾਰੀਆਂ ਚਰਚਾਂ ਦੇ ਵਿੱਚ ਲੋਕ ਭੇਟਾਂ ਚੜਾਉਂਦੇ ਨੇ ਆਪਣੀ ਕੀਮਤ ਦੇ ਵਿੱਚੋਂ, ਮਤਲਬ ਕਿ ਜਿੰਨੀ ਵੀ ਉਹਨਾਂ ਦੀ ਆਮਦਨ ਹੈ ਉਹਦੇ ਵਿੱਚੋਂ ਦਸ਼ਵੰਧ, ਅਤੇ ਉਸ ਤੋਂ ਇਲਾਵਾ ਉਹ ਅਜਿਹੇ ਕੰਮ ਕਰਦੇ ਨੇ ਜਿਨ੍ਹਾਂ ਨਾਲ ਉਹਨਾਂ ਨੂੰ ਲੱਗਦਾ ਕਿ ਅਸੀਂ ਪਰਮੇਸ਼ਵਰ ਦੇ ਲਾਇਕ ਹੋ ਚੁੱਕੇ ਹਾਂ। ਪਰ ਪਰਮੇਸ਼ਵਰ ਦਾ ਬਚਨ ਸਾਨੂੰ ਇੱਥੇ ਕੁਝ ਹੋਰ ਦੱਸਦਾ ਹੈ। ਜਿਸ ਤਰ੍ਹਾਂ ਕਿ ਆਪਾਂ ਦੇਖਦੇ ਹਾਂ ਬਹੁਤ ਸਾਰੇ ਲੋਕ ਅਜਿਹੇ ਨੇ, ਉਹ ਦਾਨ ਵੀ ਕਰਦੇ ਆ, ਦਸ਼ਵੰਧ ਵੀ ਦਿੰਦੇ ਆ, ਅਤੇ ਉਹਨਾਂ ਨੂੰ ਲੱਗਦਾ ਕਿ ਅਸੀਂ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਧਰਮੀ ਹਾਂ। ਪਰ ਪਰਮੇਸ਼ਵਰ ਦਾ ਕਲਾਮ ਸਾਨੂੰ ਜੋ ਦੱਸਦਾ ਆ, ਅਸੀਂ ਉਹਦੇ ਮਗਰ ਚੱਲਣਾ, ਨਾ ਕਿ ਅਸੀਂ ਉਹਨਾਂ ਗੱਲਾਂ ਨੂੰ ਫੋਲੋ ਕਰਨਾ ਜਿਹੜੀਆਂ ਸਾਨੂੰ ਸਿਰਫ ਪਾਸਟਰਸ ਜਾਂ ਬਾਕੀ ਗ੍ਰੰਥੀ ਜਾਂ ਜਿੰਨੇ ਵੀ ਲੋਕ ਪ੍ਰਚਾਰਕ ਨੇ ਉਹ ਸਾਨੂੰ ਦੱਸਦੇ। ਸੋ ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ। ਜੋ ਪਵਿੱਤਰ ਕਲਾਮ ਮੈਨੂੰ ਕਹਿੰਦਾ ਕਿ ਮੈਂ ਤਾਂ ਉਸੇ ਦੇ ਤੌਰ 'ਤੇ ਟੌਪਿਕ ਰੈਡੀ ਕਰਦਾ ਹਾਂ। ਮੈਂ ਜਾਣਦਾ ਹਾਂ ਮੈਂ ਵੀ ਕਿਸੇ ਕਲੀਸਿਆ ਦਾ ਮੈਂਬਰ ਹਾਂ, ਅਤੇ ਮੈਂ ਜਾਣਦਾ ਹਾਂ ਮੈਂ ਵੀ ਹਜੇ ਸਟੂਡੈਂਟ ਹਾਂ। ਪਰਮੇਸ਼ਵਰ ਦੇ ਵਿੱਚ ਹਜੇ ਮੈਂ ਬੱਚਾ ਹਾਂ, ਪਰ ਪਰਮੇਸ਼ਵਰ ਮੈਨੂੰ ਆਪਣਾ ਪਵਿੱਤਰ ਹੱਥ ਵਧਾ ਕੇ ਵਧਾ ਰਿਹਾ ਹੈ। ਸੋ ਬਚਨ ਦੇ ਵਿੱਚੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਪਰਮੇਸ਼ਵਰ ਜੋ ਸਾਡੇ ਕੋਲੋਂ ਧੰਨਵਾਦ ਦੀ ਭੇਟਾ ਮੰਗਦਾ ਹੈ ਉਹ ਕਿਸ ਤਰ੍ਹਾਂ ਦੀ, ਮੈਨੂੰ ਜੋ ਪਰਮੇਸ਼ਵਰ ਨੇ ਦੱਸਿਆ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ। ਪਰਮੇਸ਼ਵਰ ਯਹੋਵਾ ਸਾਨੂੰ ਕਹਿੰਦਾ ਹੈ ਕਿ ਤੂੰ ਮੈਨੂੰ ਧੰਨਵਾਦ ਦੇ ਅੱਜ ਦੇ ਦਿਨ ਦਾ, ਜੋ ਅੱਜ ਦੇ ਦਿਨ ਦੇ ਵਿੱਚ ਮੈਂ ਤੈਨੂੰ ਜੀਵਤ ਰੱਖਿਆ, ਤੈਨੂੰ ਬਹੁਤ ਸਾਰੀਆਂ ਚੀਜ਼ਾਂ ਦਿਖਾ ਲਈਆਂ, ਆਪਣੀ ਕੁਦਰਤ ਜੋ ਮੈਂ ਆਪਣੇ
ਤਾਕਤਵਰ ਹੱਥ ਦੇ ਨਾਲ ਸਜਾਈ ਹੈ। ਸੋ ਸਾਨੂੰ ਅੱਜ ਦੇ ਦਿਨ ਦਾ ਪਰਮੇਸ਼ਵਰ ਦੇ ਅੱਗੇ ਧੰਨਵਾਦ ਕਰਨਾ ਚਾਹੀਦਾ ਹੈ। ਸੋ ਉਸ ਤੋਂ ਇਲਾਵਾ ਸਾਨੂੰ ਪਰਮੇਸ਼ਵਰ ਨੇ ਅੱਖਾਂ ਦਿੱਤੀਆਂ, ਕਿਉਂਕਿ ਪਰਮੇਸ਼ਵਰ ਨੇ ਅੱਖਾਂ ਤਾਂ ਸਾਰਿਆਂ ਨੂੰ ਦਿੱਤੀਆਂ, ਪਰ ਬਹੁਤ ਸਾਰੇ ਲੋਕ ਹਜੇ ਅੱਖਾਂ ਤੋਂ ਅੰਨੇ ਨੇ। ਅੰਨੇ ਵੀ ਦੋ ਤਰ੍ਹਾਂ ਦੇ ਨੇ। ਕੁਝ ਲੋਕ ਆਤਮਿਕ ਤੌਰ 'ਤੇ ਅੰਨੇ ਨੇ, ਉਹਨਾਂ ਦੀਆਂ ਸਰੀਰਕ ਅੱਖਾਂ ਸਾਫ਼ ਨੇ, ਸੁਥਰੀਆਂ ਨੇ, ਦੇਖਦੀਆਂ ਨੇ, ਪਰ ਉਹਨਾਂ ਨੂੰ ਪਰਮੇਸ਼ਵਰ ਦਾ ਸੱਚਾ ਕਲਾਮ ਨਹੀਂ ਦਿਖਦਾ। ਅਤੇ ਕੁਝ ਲੋਕ ਸਰੀਰ ਦੀਆਂ ਅੱਖਾਂ ਤੋਂ ਅੰਨੇ ਨੇ, ਫਿਰ ਵੀ ਪਰਮੇਸ਼ਵਰ ਦੀ ਤਾਰੀਫ ਕਰਦੇ ਕਿ ਠੀਕ ਆ, ਪਰਮੇਸ਼ਵਰ ਨੇ ਜੋ ਦਿੱਤਾ ਸਾਨੂੰ ਉਹਦਾ ਥੈਂਕਸ। ਸੋ ਆਪਾਂ ਨੂੰ ਤਾਂ ਪਰਮੇਸ਼ਵਰ ਨੇ ਵਧੀਆ ਅੱਖਾਂ ਦਿੱਤੀਆਂ, ਇਸ ਤੋਂ ਇਲਾਵਾ ਸਾਨੂੰ ਆਤਮਿਕ ਅੱਖਾਂ ਵੀ ਦਿੱਤੀਆਂ। ਇਸ ਦੇ ਵਾਸਤੇ ਸਾਡਾ ਪਰਮੇਸ਼ਵਰ ਨੂੰ ਡਬਲ ਥੈਂਕਸ ਬਣਦਾ, ਕਿਉਂਕਿ ਪਰਮੇਸ਼ਵਰ ਨੇ ਸਾਨੂੰ ਦੁਨੀਆ ਦੀਆਂ ਅੱਖਾਂ ਨਾਲੋਂ ਅਲੱਗ ਰੱਖਿਆ। ਸੋ ਦੂਜੇ ਪਾਸੇ ਅਸੀਂ ਦੇਖਦੇ ਹਾਂ ਸੰਸਾਰ ਦੇ ਸਰੀਰਕ ਲੋਕ ਜੋ ਸਰੀਰ ਦੇ ਲਈ ਪਰਮੇਸ਼ਵਰ ਦਾ ਧੰਨਵਾਦ ਕਰਦੇ, ਪਰ ਅਸੀਂ ਆਤਮਾ ਦੇ ਲਈ ਪਰਮੇਸ਼ਵਰ ਦਾ ਧੰਨਵਾਦ ਕਰਨਾ ਕਿ ਪਰਮੇਸ਼ਵਰ ਤੇਰਾ ਧੰਨਵਾਦ ਜੋ ਤੂੰ ਸਾਡੀ ਆਤਮਾ ਨੂੰ ਆਪਣੇ ਕੰਮਾਂ ਦੇ ਲਈ ਚੁਣਿਆ। ਤੇਰਾ ਧੰਨਵਾਦ, ਸਾਨੂੰ ਸੰਸਾਰ ਦੇ ਲੋਕਾਂ ਤੋਂ ਅਲੱਗ ਕੀਤਾ। ਬਹੁਤ ਸਾਰੇ ਲੋਕ ਸੰਸਾਰ ਦੇ ਆਪਣੇ ਮਾਈਂਡ ਦੇ ਵਿੱਚ ਗਲਤ ਵਿਚਾਰ ਰੱਖਦੇ ਨੇ, ਪਰ ਪਰਮੇਸ਼ਵਰ ਨੇ ਸਾਨੂੰ ਇੱਕ ਚੰਗਾ ਮਾਈਂਡ ਦਿੱਤਾ। ਉਹਦੇ ਵਾਸਤੇ ਪਰਮੇਸ਼ਵਰ ਦਾ ਧੰਨਵਾਦ ਕਿ ਸਾਡਾ ਮਾਈਂਡ ਪਰਮੇਸ਼ਵਰ ਦੀਆਂ ਖੂਬੀਆਂ ਨੂੰ ਹੀ ਲੱਭਣ 'ਤੇ ਲੱਗਾ ਹੋਇਆ। ਸਾਡਾ ਮਨ ਹੈ ਜੋ ਪਰਮੇਸ਼ਵਰ ਦੀਆਂ ਚੰਗੀਆਂ ਗੱਲਾਂ ਨੂੰ ਸੁਣਦਾ ਅਤੇ ਉਸ 'ਤੇ ਮੰਨਣ ਕਰਦਾ ਹੈ, ਪਰ ਸੰਸਾਰ ਦੇ ਲੋਕਾਂ ਨਾਲੋਂ ਅਲੱਗ ਜਿਹੜੇ ਆਪਣੇ ਮਨਾਂ ਦੇ ਵਿੱਚ ਭੈੜੀਆਂ ਵਿਉਂਤਾਂ ਬਣਾਉਂਦੇ ਨੇ, ਭੈੜੀਆਂ ਯੋਜਨਾਵਾਂ ਬਣਾਉਂਦੇ ਨੇ, ਸੋ ਉਹਨਾਂ ਤੋਂ ਅਲੱਗ ਨੇ। ਸੋ ਪਰਮੇਸ਼ਵਰ ਦਾ ਧੰਨਵਾਦ, ਉਸਨੇ ਸਾਨੂੰ ਇੱਕ ਚੰਗਾ ਦਿਲ ਦਿੱਤਾ ਜਿਹਦੇ ਵਿੱਚ ਅਸੀਂ ਪਰਮੇਸ਼ਵਰ ਦਾ ਚੰਗਾ ਰਾਜ ਰੱਖਿਆ ਹੈ। ਪਰਮੇਸ਼ਵਰ ਸਾਨੂੰ ਬਹੁਤ ਚੀਜ਼ਾਂ ਦੱਸਦਾ ਹੈ, ਉਸ ਦਿਲ ਦੇ ਵਿੱਚ ਰਹਿੰਦੀਆਂ ਨੇ। ਅਸੀਂ ਪਰਮੇਸ਼ਵਰ ਦੇ ਨਾਲ ਦਿਲੋਂ ਪਿਆਰ ਕਰਦੇ ਹਾਂ। ਸੋ ਪਰਮੇਸ਼ਵਰ ਦਾ ਧੰਨਵਾਦ ਕਰੋ ਕਿ ਪਰਮੇਸ਼ਵਰ ਦੇ ਸੱਚੇ ਪਿਆਰ ਨੂੰ ਅਸੀਂ ਦੇਖ ਸਕੇ। ਸੰਸਾਰ ਦੇ ਲੋਕ ਸਿਰਫ ਇਨਸਾਨਾਂ ਦੇ ਪਿਆਰ ਨੂੰ ਜਾਣਦੇ ਨੇ, ਸੰਸਾਰ ਦੇ ਲੋਕ ਉਹਨਾਂ ਦਾ ਪਿਆਰ ਜਾਣਦੇ ਨੇ ਜੋ ਉਹਨਾਂ 'ਤੇ ਦਇਆ ਕਰਦੇ ਆ, ਪਰ ਅਸੀਂ ਪਰਮੇਸ਼ਵਰ ਦੇ ਸੱਚੇ ਪਰਮੇਸ਼ਵਰ ਦੇ ਪਿਆਰ ਨੂੰ ਜਾਣਦੇ ਹਾਂ ਜੋ ਸਾਡੇ 'ਤੇ ਆਪਣੀ ਦਇਆ, ਆਪਣੇ ਪਿਆਰੇ ਤੇ ਇਕਲੌਤੇ ਪੁੱਤਰ ਯਿਸੂ ਮਸੀਹ ਨਾਸਰੀ ਦੇ ਉੱਤੇ ਪ੍ਰਗਟ ਕਰਦਾ ਹੈ, ਜਿਸ ਨੇ ਸਾਡੇ ਲਈ ਉਸ ਕਰੂਜ਼ ਦੇ ਉੱਤੇ ਜਾਨ ਦਿੱਤੀ। ਸੋ ਸਾਨੂੰ ਚਾਹੀਦਾ ਹੈ ਕਿ ਪਰਮੇਸ਼ਵਰ ਦਾ ਧੰਨਵਾਦ ਕਰੀਏ ਕਿ ਜਿਸ ਨੇ ਸਾਡੇ ਪਾਪਾਂ ਨੂੰ ਖਤਮ ਕਰਨ ਦੇ ਲਈ ਆਪਣਾ ਪਿਆਰਾ ਤੇ ਇਕਲੌਤਾ ਪੁੱਤਰ ਯਿਸੂ ਮਸੀਹ ਨਾਸਰੀ ਵਾਰ ਦਿੱਤਾ। ਸੋ ਸਾਨੂੰ ਥੈਂਕਸ ਕਰਨਾ ਚਾਹੀਦਾ ਹੈ, ਸਾਨੂੰ ਪਰਮੇਸ਼ਵਰ ਦੀ ਵਡਿਆਈ ਕਰਨੀ ਚਾਹੀਦੀ ਹੈ। ਸੋ ਮੈਂ ਤੁਹਾਨੂੰ ਬਚਨ ਦੇ ਅਕੋਰਡਿੰਗ ਦੱਸਣਾ ਚਾਹੁੰਦਾ ਹਾਂ ਕਿ ਪਰਮੇਸ਼ਵਰ ਦਸ਼ਵੰਤ ਬਾਰੇ ਕੀ ਬੋਲਦਾ। ਸੋ ਬਾਈਬਲ ਸਾਨੂੰ ਇੱਕ ਮਿਰਰ ਦੀ ਤਰ੍ਹਾਂ ਹੈ ਜੋ ਸਾਨੂੰ ਅੱਗੇ ਦਾ ਫਰੰਟ ਦਾ ਏਰੀਆ ਦਿਖਾਉਂਦੀ ਹੈ, ਸਾਡੀ ਜ਼ਿੰਦਗੀ ਦਾ, ਸਾਡੀ ਆਤਮਾ ਦਾ। ਸਾਡੀ ਆਤਮਾ ਨੂੰ ਸਾਫ਼ ਕਰਦੀ ਹੈ, ਸਾਡੇ ਮਨਾਂ ਨੂੰ, ਸਾਡੇ ਦਿਲਾਂ ਨੂੰ, ਗੁਰਦਿਆਂ ਨੂੰ ਜਾਂਚਦੀ ਹੈ। ਪਰਮੇਸ਼ਵਰ ਸਾਨੂੰ ਧੋਂਦਾ ਹੈ, ਸਾਫ਼ ਕਰਦਾ ਹੈ, ਸਾਡੇ ਗੂੜੇ ਪਾਪਾਂ ਨੂੰ ਸਾਫ਼ ਕਰਦਾ ਪਰਮੇਸ਼ਵਰ। ਸੋ ਅਸੀਂ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਹੀ ਨਹੀਂ ਰੱਖਣਾ ਕਿ ਪਰਮੇਸ਼ਵਰ ਤੂੰ ਸਾਡੇ ਪਾਪ ਮਾਫ਼ ਕਰਤੇ, ਸਾਨੂੰ ਧੋਤਾ, ਸਾਫ਼ ਕਰਤਾ। ਅਸੀਂ ਇਹ ਵੀ ਦੇਖਣਾ ਆ ਕਿ ਪਰਮੇਸ਼ਵਰ ਨੇ ਸਾਡੇ ਪਾਪ ਕਿਸ ਤਰ੍ਹਾਂ ਮਾਫ਼ ਕੀਤੇ। ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਪਾਪ ਵਾਕਿਆ ਸਾਫ਼ ਹੋਏ ਜਾਂ ਨਹੀਂ। ਕੁਝ ਲੋਕ ਪ੍ਰਾਰਥਨਾਵਾਂ ਕਰਦੇ ਨੇ, ਪਰਮੇਸ਼ਵਰ ਤੁਹਾਡੇ ਬੇਟੇ ਯਿਸੂ ਨੇ ਸਾਡੇ ਪਾਪ ਮਾਫ਼ ਕਰਤੇ, ਪਰ ਉਹ ਅੱਜ ਵੀ ਪਾਪ 'ਚ ਨੇ। ਤੁਹਾਡੇ ਬੇਟੇ ਯਿਸੂ ਨਾਸਰੀ ਨੇ ਸਾਡੀਆਂ ਅੱਖਾਂ ਖੋਲ੍ਹਤੀਆਂ, ਪਰ ਉਹ ਅੱਜ ਵੀ ਅੰਨੇ ਨੇ। ਤੁਹਾਡੇ ਬੇਟੇ ਯਿਸੂ ਨਾਸਰੀ ਨੇ ਸਾਡਾ ਮਨ ਬਦਲਤਾ, ਪਰ ਅੱਜ ਵੀ ਉਹਨਾਂ ਦਾ ਮਨ ਗੰਦਾ ਹੈ। ਸੋ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਉਹ ਆਪਣੇ ਆਪ ਨੂੰ ਪਛਾਣਨ, ਕਿਉਂਕਿ ਬਾਈਬਲ ਜੋ ਸਾਨੂੰ ਦੱਸਦੀ ਹੈ। ਸੋ ਅਗਲੀ ਆਇਤ ਦੇ ਵਿੱਚ ਆਪਾਂ ਪੜ੍ਹਦੇ ਹਾਂ ਪਰਮੇਸ਼ਵਰ ਸਾਨੂੰ ਕਿਸ ਤਰ੍ਹਾਂ ਦੀਆਂ ਗੱਲਾਂ ਕਹਿਣਾ ਚਾਹੁੰਦਾ ਆ। ਬਾਈਬਲ ਨੂੰ ਖੋਲ੍ਹੋ, ਬਾਈਬਲ ਦੇ ਨਾਲ ਗੱਲਾਂ ਕਰੋ। ਪਰਮੇਸ਼ਵਰ ਇਹਦੇ ਵਿੱਚ ਆ, ਪਰਮੇਸ਼ਵਰ ਦੀ ਰੂਹ ਦੇ ਨਾਲ ਗੱਲਾਂ ਕਰੋ, ਪਰਮੇਸ਼ਵਰ ਤੁਹਾਡੇ ਨਾਲ ਗੱਲਾਂ ਕਰੇ। ਸੋ ਬਚਨ ਨੂੰ ਓਪਨ ਕਰਦੇ ਹਾਂ, ਜ਼ਬੂਰਾਂ ਦੀ ਪੋਥੀ 51 ਅਧਿਆਏ ਦੀ 16 ਤੇ 17 ਆਇਤ ਪੜ੍ਹਦੇ ਹਾਂ। ਜੋ ਸੁਰਪਤੀ ਦਾਊਦ ਆਪਣੀ ਜ਼ੁਬਾਨ ਦੇ ਨਾਲ ਪਰਮੇਸ਼ਵਰ ਦੇ ਅੱਗੇ ਕੁਰਲਾਉਂਦਾ ਹੈ, ਉਹ ਮੈਂ ਤੁਹਾਨੂੰ ਦੱਸਦਾ ਹਾਂ। ਸੋ ਲਿਖਿਆ ਗਿਆ, ਤੂੰ ਤਾਂ ਬਲੀਦਾਨ ਨਾਲ ਪ੍ਰਸੰਨ ਨਹੀਂ ਹੁੰਦਾ, ਨਹੀਂ ਤਾਂ ਮੈਂ ਉਹ ਦਿੰਦਾ। ਹੋਮ ਬਲੀ ਤੋਂ ਤੂੰ ਖੁਸ਼ ਨਹੀਂ ਹੁੰਦਾ। ਪਰਮੇਸ਼ਵਰ ਦਾ ਬਲੀਦਾਨ ਟੁੱਟਿਆ ਹੋਇਆ ਆਤਮਾ ਹੈ। ਹੇ ਪਰਮੇਸ਼ਵਰ, ਟੁੱਟੇ ਅਤੇ ਅਜੀਜ਼ ਦਿਲ ਨੂੰ ਤੂੰ ਤੁਛ ਨਾ ਜਾਣੇਗਾ। ਆਮੀਨ। ਸੋ ਲਿਖਿਆ ਗਿਆ ਹੈ, ਸੁਰਪਤੀ ਦਾਊਦ ਜੋ ਇੱਕ ਬਿਲਕੁਲ ਗਰੀਬ ਘਰਾਣੇ ਤੋਂ ਸੀ, ਪਰਮੇਸ਼ਵਰ ਨੇ ਉਹਨੂੰ ਬਲੈਸ ਕੀਤਾ, ਬਹੁਤ ਵੱਡਾ ਰਾਜਾ ਬਣਿਆ। ਉਹਦੇ ਕੋਲ ਬਹੁਤ ਸਾਰੇ ਊਂਟ, ਭੇਡਾਂ, ਬੱਕਰੀਆਂ ਅਤੇ ਬਹੁਤ ਸਾਰੇ ਲੋਕ ਕੰਮ ਕਰਦੇ ਸੀ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਪਰਮੇਸ਼ਵਰ ਦੇ ਅੱਗੇ ਜਦੋਂ ਦੁਹਾਈ ਦਿੰਦਾ ਆ, ਆਪਣੇ ਗੁਨਾਹ ਨੂੰ ਲੈ ਕੇ ਜਾਂਦਾ ਆ, ਰੋਂਦਾ ਆ, ਕਿ ਉਹ ਪਰਮੇਸ਼ਵਰ ਦਾ ਆਤਮਾ ਉਹਦੇ ਮਨ 'ਚ ਪਾਉਂਦਾ ਆ ਕਿ ਮੈਂ ਤੇਰੀਆਂ ਬਲੀਆਂ ਤੋਂ ਪ੍ਰਸੰਨ ਨਹੀਂ ਹਾਂ। ਅਤੇ ਉਹ ਫਿਰ ਕੀ ਕਹਿੰਦਾ ਕਿ ਪਰਮੇਸ਼ਵਰ, ਮੈਂ ਜਾਣਦਾ ਹਾਂ ਤੂੰ ਮੇਰੀਆਂ ਬਲੀਆਂ ਤੋਂ ਪ੍ਰਸੰਨ ਨਹੀਂ, ਪਰ ਪਰਮੇਸ਼ਵਰ ਕਹਿੰਦਾ ਜੇ ਤੂੰ ਬਲੀਆਂ ਤੋਂ ਪ੍ਰਸੰਨ ਹੁੰਦਾ ਤਾਂ ਮੈਂ ਤੇਰੇ ਲਈ ਕਹਿੰਦਾ ਹਰ ਤਰ੍ਹਾਂ ਦੀ ਬਲੀ ਲੈ ਕੇ ਆਉਂਦਾ, ਕਿਉਂਕਿ ਉਹ ਬਹੁਤ ਤਕੜਾ ਹੈ। ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਅਮੀਰ ਨੇ, ਉਹ ਪਰਮੇਸ਼ਵਰ ਨੂੰ ਖੁਸ਼ ਕਰ ਸਕਦੇ ਆਪਣੀ ਕਮਾਈ ਦੇ ਕਾਰਨ,
ਪਰ ਉਹ ਪਰਮੇਸ਼ਵਰ ਨੂੰ ਖੁਸ਼ ਤਾਂ ਕਰਨਗੇ ਜੇ ਉਹਨਾਂ ਦਾ ਮਨ ਟੁੱਟਿਆ ਹੋਇਆ, ਉਹਨਾਂ ਦਾ ਮਨ ਬਦਲਿਆ ਹੋਇਆ, ਉਹਨਾਂ ਦਾ ਮਨ ਪਛਤਾਅ ਵਾਲਾ ਹੈ। ਪਰ ਅਦਰਵਾਈਜ਼ ਪਰਮੇਸ਼ਵਰ ਇਹਨਾਂ ਚੀਜ਼ਾਂ ਤੋਂ ਖੁਸ਼ ਨਹੀਂ ਹੈ, ਕਿਉਂਕਿ ਪਰਮੇਸ਼ਵਰ ਨੇ ਅਗਲੀ ਆਇਤ ਦੇ ਵਿੱਚ ਜੋ ਦੱਸਿਆ ਹੈ, ਜੋ ਕਿਹਾ ਮੈਂ ਤੁਹਾਡੇ ਅੱਗੇ ਸਾਹਮਣੇ ਕਰਾਂਗਾ, ਤੁਹਾਡੇ ਅੱਗੇ ਕਰਾਂਗਾ, ਜਿਸ ਦੇ ਨਾਲ ਤੁਹਾਨੂੰ ਖੁਦ ਪਤਾ ਚੱਲ ਜਾਏਗਾ ਕਿ ਮੈਂ ਆਪਣੇ ਕੋਲੋਂ ਨਹੀਂ ਪਰ ਪ੍ਰਭੂ ਦੇ ਵਚਨ ਦੇ ਅਕੋਰਡਿੰਗ ਤੁਹਾਡੇ ਨਾਲ ਗੱਲ ਕਰਦਾ ਹਾਂ। ਸੋ ਦਾਊਦ ਕਹਿੰਦਾ ਹੈ ਕਿ ਟੁੱਟਿਆ ਹੋਇਆ ਮਨ ਪਰਮੇਸ਼ਵਰ ਦੇ ਲਈ ਮਤਲਬ ਕਿ ਇੱਕ ਦਇਆਯੋਗ ਹੈ। ਟੁੱਟਿਆ ਹੋਇਆ ਦਿਲ, ਤਿੜਕਿਆ ਹੋਇਆ ਤੇ ਕੁਚਲਿਆ ਹੋਇਆ ਆਤਮਾ ਪਰਮੇਸ਼ਵਰ ਦੇ ਲਈ ਬਿਲਕੁਲ ਦਇਆਯੋਗ ਆ। ਉਸਤੇ ਉਹ ਮਤਲਬ ਕਿ ਇਹੋ ਜਿਹਾ ਕੁਝ ਨਹੀਂ ਕਰਦਾ ਕਿ ਉਹ ਪਰਮੇਸ਼ਵਰ ਦਾ ਕ੍ਰੋਧ ਉੱਤੇ ਭੜ ਕੇ। ਹੁਣ ਦਿਲ ਵੀ ਦੋ ਤਰ੍ਹਾਂ ਦਾ, ਇੱਕ ਆਪਾਂ ਸੰਸਾਰ ਦੀਆਂ ਪ੍ਰਾਰਥਨਾਵਾਂ, ਸੰਸਾਰ ਦੇ ਰੋਗ ਲਗਵਾ ਲੈਂਦੇ ਪਹਿਲਾਂ, ਆਪਾਂ ਫਿਰ ਪਰਮੇਸ਼ਵਰ ਦੇ ਅੱਗੇ ਜਾ ਕੇ ਰੋਂਦੇ ਹਾਂ। ਉਹ ਅੱਖਾਂ ਦੇ ਹੰਝੂ ਸਾਡੇ ਆਤਮਿਕ ਹੰਝੂ ਨਹੀਂ ਆ, ਪਰ ਉਹ ਸਾਡੀ ਗਲਤੀ ਦੇ ਕਾਰਨ ਜੋ ਅਸੀਂ ਗੁਨਾਹ ਕੀਤੇ, ਸਾਡਾ ਪਛਤਾਵਾ ਹੈ, ਪਰ ਪਛਤਾਉਂਦੇ ਹਾਂ ਅਸੀਂ ਉਹਨਾਂ ਗੁਨਾਹਾਂ ਕਰਕੇ। ਪਰ ਕਈ ਲੋਕ ਕੋਈ ਉਹਨਾਂ ਨੂੰ ਬਲੈਸਿੰਗ ਚਾਹੀਦੀ ਤਾਂ ਕਰਕੇ ਪਛਤਾਉਂਦੇ, ਪਰ ਪਰਮੇਸ਼ਵਰ ਕਹਿੰਦਾ ਕਿ ਤੁਸੀਂ ਆਤਮਾ ਦੇ ਲਈ ਰੋਵੋ। ਤੇ ਬਹੁਤ ਸਾਰੇ ਲੋਕ ਅੱਜ ਅੰਨੇ ਨੇ, ਰੋਵੋ ਇਸ ਲਈ ਕਿ ਪਰਮੇਸ਼ਵਰ ਉਹਨਾਂ ਨੂੰ ਵੀ ਤੂੰ ਦਿਖਾ। ਬਹੁਤ ਸਾਰੇ ਲੋਕ ਅਜਿਹੇ ਨੇ ਜੋ ਭੈੜੀ ਚਾਲ ਚੱਲਦੇ। ਸੋ ਪਰਮੇਸ਼ਵਰ ਦਾ ਆਤਮਾ ਸਾਨੂੰ ਕਹਿੰਦਾ ਹੈ ਕਿ ਤੂੰ ਉਹਨਾਂ ਲਈ ਰੋ, ਵਿਰਲਾਪ ਕਰਕੇ ਉਹ ਭੈੜੀਆਂ ਆਦਤਾਂ ਨੂੰ ਛੱਡ ਦੇਣ, ਉਹਨਾਂ ਦੀਆਂ ਆਤਮਿਕ ਅੱਖਾਂ ਖੋਲ੍ਹ ਜਾਣ, ਉਹ ਪਰਮੇਸ਼ਵਰ ਦੇ ਦੂਤਾਂ ਨੂੰ ਦੇਖਣ, ਪਰਮੇਸ਼ਵਰ ਦੇ ਪਵਿੱਤਰ ਵਚਨ ਨੂੰ ਮੰਨਣ ਕਰਨ, ਉਹ ਜਾਣ ਸਕਣ ਕਿ ਪਰਮੇਸ਼ਵਰ ਦਾ ਜੋ ਬੇਟਾ ਯਿਸੂ ਨਾਸਰੀ ਸਾਡੇ ਲਈ ਕਿਉਂ ਮੋਇਆ, ਤੇ ਉਹ ਜਾਣ ਸਕਣ ਕਿ ਅਸਲੀ ਪਵਿੱਤਰ ਮਾਨਵ ਸਾਡੇ ਅੰਦਰ ਜਿਹੜਾ ਬੈਠਾ ਉਹ ਕਿੱਦਾਂ ਜਿੰਦਾ ਹੋਣਾ, ਉਹ ਜਾਣ ਸਕਣ ਅਸੀਂ ਮੁਰਦਿਆਂ ਦੇ ਵਿੱਚੋਂ ਕਿੱਦਾਂ ਜਿੰਦੇ ਹੋਣਾ। ਪਰ ਲੋਕ ਨੇ ਪਰਮੇਸ਼ਵਰ ਦੇ ਅੱਗੇ ਦੁਆਈਆਂ ਦਿੰਦੇ, ਪਰਮੇਸ਼ਵਰ ਦੇ ਦਾਸਾਂ ਕੋਲ ਜਾ ਕੇ ਪੈਸੇ ਦੇ ਕੇ ਪ੍ਰਾਰਥਨਾਵਾਂ ਕਰਵਾਉਂਦੇ ਆ, ਦਸਵੰਧ ਦਿੰਦੇ ਆ, ਉਹ ਪ੍ਰਾਰਥਨਾ ਬੇਕਾਰ ਆ। ਪਰਮੇਸ਼ਵਰ ਤੁਹਾਡੀ ਪ੍ਰਾਰਥਨਾ ਦੇ ਉੱਤੇ ਜ਼ਰੂਰ ਬਲੈਸਿੰਗ ਲਾਵੇਗਾ, ਪਰ ਉਹ ਬਹੁਤੇ ਚਿਰ ਦੀ ਨਹੀਂ ਆ। ਮੈਂ ਇਹ ਨਹੀਂ ਕਹਿੰਦਾ ਕਿ ਦਾਸਾਂ ਦੀ ਪ੍ਰਾਰਥਨਾ ਬੇਕਾਰ ਆ, ਮੈਂ ਇਹ ਕਹਿੰਦਾ ਕਿ ਉਹ ਬਲੈਸਿੰਗ ਤਾਂ ਤੁਹਾਨੂੰ ਮਿਲੂਗੀ। ਪਰਮੇਸ਼ਵਰ ਕਿਸੇ ਨੂੰ ਵੀ ਤੁੱਛ ਨਹੀਂ ਜਾਣਦਾ। ਤੁਹਾਨੂੰ ਸਰੀਰ ਦੀਆਂ ਗੱਲਾਂ ਜੋ ਤੁਸੀਂ ਮੰਗਦੇ ਉਹ ਵੀ ਪੂਰੀਆਂ ਹੋਣਗੀਆਂ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਪਰਮੇਸ਼ਵਰ ਤੁਹਾਡੀ ਬਲੀ ਤੋਂ ਪ੍ਰਸੰਨ ਨਹੀਂ ਆ। ਜੋ ਤੁਸੀਂ ਦਸ਼ਵੰਧ ਦਿੰਦੇ ਆ, ਤੁਸੀਂ ਚਰਚਾਂ 'ਚ ਪੱਖੇ ਲਗਵਾਤੇ, ਤੁਸੀਂ ਚਰਚਾਂ 'ਚ ਭਾਂਡੇ ਪਤਾ ਨਹੀਂ ਕੀ ਗੁਰਦੁਆਰਿਆਂ ਮੰਦਿਰਾਂ 'ਚ ਲੰਗਰ ਲਗਵਾਤੇ, ਪਰਮੇਸ਼ਵਰ ਇਹਨਾਂ ਤੋਂ ਪ੍ਰਸੰਨ ਨਹੀਂ ਆ। ਪਰਮੇਸ਼ਵਰ ਸਾਡੇ ਆਤਮੇ ਦੇ ਵਿੱਚ ਬਦਲਾਵ ਚਾਹੁੰਦਾ ਹੈ ਕਿ ਸਾਡੀ ਨਿਗਾਹ ਸੁਧਰੀ ਬਿਲਕੁਲ ਯਿਸੂ ਮਸੀਹ ਨਾਸਰੀ ਦੀ ਤਰ੍ਹਾਂ ਹੋਣੀ ਚਾਹੀਦੀ ਹੈ। ਸਾਨੂੰ ਨੇਕ ਚਾਲ ਚੱਲਣਾ ਪੈਣਾ, ਪਰਮੇਸ਼ਵਰ ਦੇ ਵਚਨਾਂ ਨੂੰ ਫੋਲੋ ਕਰਨਾ ਪੈਣਾ, ਪਰਮੇਸ਼ਵਰ ਦਾ ਧੰਨਵਾਦ ਕਰਨਾ ਕਿ ਪਰਮੇਸ਼ਵਰ ਤੇਰਾ ਧੰਨਵਾਦ ਅੱਜ ਦੇ ਦਿਨ ਵਾਸਤੇ, ਇਸ ਰੂਹ ਵਾਸਤੇ, ਇਸ ਕਲਾਮ ਵਾਸਤੇ। ਸੋ ਅੱਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜੋ ਪਰਮੇਸ਼ਵਰ ਦਾ ਆਤਮਾ ਸਾਨੂੰ ਕੀ ਕਹਿੰਦਾ ਹੈ। ਜ਼ਬੂਰਾਂ ਦੀ ਪੋਥੀ 50 ਦੇ ਵਿੱਚ 9 ਆਇਤ ਪੜਾਂਗੇ। 50 ਦੇ ਆਇਤ ਦੀ 9, ਮੈਂ ਨਾ ਤੇਰੇ ਘਰ ਤੋਂ ਬਲਦ ਨਾ ਤੇਰੇ ਵਿਹੜਿਆਂ ਤੋਂ ਬੱਕਰੇ ਲਵਾਂਗਾ, ਕਿਉਂ ਜੋ ਜੰਗਲ ਦੇ ਸਾਰੇ ਦਰਿੰਦੇ ਮੇਰੇ ਹਨ, ਨਾਲੇ ਹਜ਼ਾਰਾਂ ਪਹਾੜਾਂ ਦੇ ਡੰਗਰ, ਪਹਾੜਾਂ ਦੇ ਸਾਰੇ ਪਖੇਰੂਆਂ ਨੂੰ ਮੈਂ ਜਾਣਦਾ ਹਾਂ, ਤੇ ਰੜ ਦੇ ਜਾਨਵਰ ਮੇਰੇ ਹਨ। ਮੈਂ ਜੇ ਭੁੱਖਾ ਹੁੰਦਾ ਤਾਂ ਤੈਨੂੰ ਨਾ ਆਖਦਾ, ਕਿਉਂ ਜੋ ਜਗਤ ਉਹਦੀ ਭਰਪੂਰੀ ਮੇਰੀ ਹੈ, ਭਲਾ ਮੈਂ ਸਾਨਾਂ ਦਾ ਮਾਸ ਖਾਵਾਂ ਜਾਂ ਬੱਕਰਿਆਂ ਦੀ ਰੱਤ ਪੀਵਾਂ। ਪਰਮੇਸ਼ਵਰ ਨੂੰ ਧੰਨਵਾਦ ਦੀ ਬਲੀਦਾਨ ਚੜਾ ਅਤੇ ਆਤਮਹਾਨ ਦੇ ਅੱਗੇ ਆਪਣੀ ਸੁੱਖਣਾ ਨੂੰ ਪੂਰੀਆਂ ਕਰ। ਸੋ ਬਚਨ ਸਾਨੂੰ ਜੋ ਪਰਮੇਸ਼ਵਰ ਦਾ ਆਤਮਾ ਸਾਨੂੰ ਦੱਸਦਾ ਹੈ, ਸਪਸ਼ਟ ਕਰ ਦਿੱਤਾ ਪਰਮੇਸ਼ਵਰ ਨੇ ਕਿ ਉਸ ਨੂੰ ਬਲੀਆਂ ਨਹੀਂ ਚਾਹੀਦੀਆਂ, ਉਸ ਨੂੰ ਤੁਹਾਡਾ ਦਸ਼ਵੰਤ ਨਹੀਂ ਚਾਹੀਦਾ। ਤੁਸੀਂ ਆਪਣੀ ਰੂਹ ਦਾ ਦਸ਼ਵੰਤ ਪਰਮੇਸ਼ਵਰ ਨੂੰ ਦਿਓ, ਤੁਹਾਡੀਆਂ ਅੱਖਾਂ ਦਾ ਦਸ਼ਵੰਤ ਜੋ ਪਰਮੇਸ਼ਵਰ ਨੇ ਤੁਹਾਨੂੰ ਪਵਿੱਤਰ ਅੱਖਾਂ ਦਿੱਤੀਆਂ, ਤੁਸੀਂ ਉਹਨਾਂ ਦੇ ਵਿੱਚ ਉਤਰੋ। ਪਰਮੇਸ਼ਵਰ ਨੂੰ ਕਹੋ ਕਿ ਅਸੀਂ ਤੇਰੀਆਂ ਪਵਿੱਤਰ ਅੱਖਾਂ ਦੇ ਲਈ ਜੋ ਤੂੰ ਸਾਡੀਆਂ ਖੋਲ੍ਹੀਆਂ, ਧੰਨਵਾਦ ਕਰਦੇ ਹਾਂ। ਉਹ ਬਲੀਦਾਨ ਦਿਓ ਪਰਮੇਸ਼ਵਰ ਨੂੰ। ਪਰਮੇਸ਼ਵਰ ਦੇ ਕੋਲ ਆਪਣਾ ਟੁੱਟਿਆ ਹੋਇਆ ਹਿਰਦਾ ਲੈ ਕੇ ਜਾਓ ਪਰਮੇਸ਼ਵਰ, ਕਿ ਤੂੰ ਉਹਨਾਂ ਲੋਕਾਂ ਨੂੰ ਵੀ ਚੰਗੇ ਕਰ ਜੋ ਪਾਪ ਦੇ ਵਿੱਚ ਆ। ਪਰਮੇਸ਼ਵਰ ਦੇ ਕੋਲ ਦੁਹਾਈਆਂ ਦਿਓ, ਪਰਮੇਸ਼ਵਰ ਨੂੰ ਜਾ ਕੇ ਕਹੋ ਕਿ ਪਰਮੇਸ਼ਵਰ ਤੂੰ ਉਹਨਾਂ ਨੂੰ ਵੀ ਕਬੂਲ ਜਿਸ ਤਰ੍ਹਾਂ ਮੈਨੂੰ ਕਬੂਲਿਆ। ਪਰਮੇਸ਼ਵਰ ਤੂੰ ਉਹਨਾਂ ਦੇ ਮਨਾਂ ਨੂੰ ਬਦਲ ਜੋ ਪਾਪ ਦੇ ਵਿੱਚ ਆ। ਪਰਮੇਸ਼ਵਰ ਦੇ ਕੋਲ ਜਾ ਕੇ ਦੁਹਾਈਆਂ ਦਿਓ ਪਰਮੇਸ਼ਵਰ, ਜੋ ਲੋਕ ਇਸ ਧਰਤੀ ਦੇ ਧਨ ਨੂੰ ਦੇਖਦੇ ਹੋ ਤੇਰੇ ਸਵਰਗ ਰਾਜ ਦੇ ਧਨ ਨੂੰ ਜਾਣ ਸਕਣ। ਇਸ ਧਰਤੀ ਦੇ ਧਨ ਨੂੰ ਦੇਖ ਕੇ ਪਰਮੇਸ਼ਵਰ ਜੋ ਲਲਚਾਉਂਦੇ ਨੇ ਤੇ ਪਾਪ ਵਿੱਚ ਜਾਂਦੇ ਨੇ, ਉਹਨਾਂ ਦੇ ਮਨਾਂ ਨੂੰ ਬਦਲ, ਕਿਉਂਕਿ ਯਿਸੂ ਮਸੀਹ ਨਾਸਰੀ ਨੇ ਜੋ ਕੁਰਬਾਨੀ ਦਿੱਤੀ ਆ ਉਹ ਸਭ ਦੀਆਂ ਅੱਖਾਂ ਨੂੰ ਖੋਲ੍ਹਦੀ ਆ, ਪਰ ਬਹੁਤ ਸਾਰੇ ਲੋਕ ਭਰਮਾਏ ਗਏ ਸ਼ੈਤਾਨ ਵੱਲੋਂ। ਸੋ ਸਾਨੂੰ ਪਰਮੇਸ਼ਵਰ ਦੇ ਅੱਗੇ ਇਹ ਬਲੀਦਾਨ ਚੜਾਉਣ ਦੀ ਜ਼ਰੂਰਤ ਆ। ਪਰਮੇਸ਼ਵਰ ਦੇ ਕੋਲੋਂ ਪਰਮੇਸ਼ਵਰ ਦੀਆਂ ਚੀਜ਼ਾਂ ਹੀ ਮੰਗੋ, ਕਿਉਂਕਿ ਪਰਮੇਸ਼ਵਰ ਨੇ ਬਚਨ 'ਚ ਕਿਹਾ ਜੇ ਤੂੰ ਮੇਰੇ ਬਚਨ ਦੇ ਮਗਰ ਚੱਲੇਗਾ ਤਾਂ ਜਗਤ ਦੀਆਂ ਚੀਜ਼ਾਂ ਤੇਰੇ ਮਗਰ ਆਉਣਗੀਆਂ।
ਸੋ ਬਚਨ ਸਾਨੂੰ ਦੱਸਦਾ ਕਿ ਅਸੀਂ ਪਰਮੇਸ਼ਵਰ ਕੋਲੋਂ ਪਰਮੇਸ਼ਵਰ ਦੇ ਰਾਜ ਦੀਆਂ ਹੀ ਚੀਜ਼ਾਂ ਮੰਗੀਏ, ਪਰਮੇਸ਼ਵਰ ਦੇ ਬੰਦੇ ਜੋ ਜਿਨ੍ਹਾਂ ਨੂੰ ਉਹ ਬਚਾਉਣਾ ਚਾਹੁੰਦਾ ਅਸੀਂ ਪਰਮੇਸ਼ਵਰ ਦੀ ਹੈਲਪ ਕਰੀਏ। ਜਿਸ ਤਰ੍ਹਾਂ ਯਿਸੂ ਮਸੀਹ ਨੇ ਕਿਹਾ ਮੈਂ ਆਪਣੇ ਪਿਤਾ ਦੇ ਕੰਮਾਂ ਦੇ ਵਿੱਚ ਉਹਦੀ ਹੈਲਪ ਕਰਨਾ ਆ। ਸੋ ਸਾਨੂੰ ਚਾਹੀਦਾ ਕਿ ਪਰਮੇਸ਼ਵਰ ਦੇ ਕੋਲ ਦੁਆ ਪ੍ਰਾਰਥਨਾ ਕਰੀਏ ਕਿ ਸਾਰਿਆਂ ਦੇ ਮਨਾਂ ਨੂੰ ਬਦਲੇ, ਸਾਰਿਆਂ ਦੇ ਮਨਾਂ ਦੇ ਵਿੱਚ ਇਹ ਪਵਿੱਤਰ ਸ਼ਾਸਤਰ ਦਾ ਜੋ ਕਲਾਮ ਦਾ ਅਸਲ ਭੇਤ ਹੈ ਉਹ ਜਾਵੇ। ਸੋ ਆਪਾਂ ਲੋਕਾਂ ਨੂੰ ਦੱਸੀਏ ਕਿ ਤੁਹਾਡੀ ਭੇਟ ਜੋ ਤੁਸੀਂ ਭਵਨਾਂ ਦੇ ਵਿੱਚ ਲੈ ਕੇ ਆਉਂਦੇ, ਲੰਗਰ ਲਾਉਂਦੇ, ਚਾਹਾਂ ਬਣਾਉਂਦੇ ਆ, ਇਹ ਪਰਮੇਸ਼ਵਰ ਦੇ ਲਈ ਕੋਈ ਸਪੈਸ਼ਲ ਭੇਟ ਨਹੀਂ ਹੈਗੀ। ਇਹ ਵੀ ਕਰੋ, ਬਟ ਇਹਦੇ ਨਾਲ ਤੁਸੀਂ ਪਰਮੇਸ਼ਵਰ ਨੂੰ ਉਹ ਚੀਜ਼ ਦਿਓ ਜੋ ਦਇਆ, ਵਫਾਦਾਰੀ, ਇਮਾਨਦਾਰੀ, ਵਿਚਾਰ ਤੋਂ ਦੂਰ ਰਹਿਣਾ, ਪਾਪ ਤੋਂ ਦੂਰ ਰਹਿਣਾ। ਪਰਮੇਸ਼ਵਰ ਦੀਆਂ ਇਹਨਾਂ ਚੀਜ਼ਾਂ ਦੇ ਵਿੱਚ ਆਓ। ਧਰਤੀ ਦੇ ਉੱਤੇ ਤੁਸੀਂ ਧੂਫ ਦਿਖਾਉਂਦੇ ਆ, ਇਹ ਸਾਰਾ ਆਕਾਸ਼ ਦੇ ਵਿੱਚ ਫੈਲ ਜਾਂਦਾ ਆ, ਇਹ ਹਵਾ ਲੈ ਜਾਂਦੀ ਹੈ ਤੁਹਾਡਾ ਜੋ ਸਾਰਾ ਕੁਝ ਹਵਾ 'ਚ ਰਹਿ ਜਾਂਦਾ। ਤੁਸੀਂ ਜ਼ੋਰ ਨਾਲ ਬੋਲਦੇ ਆ, ਇਹ ਵਰਡ ਤੁਹਾਡੇ ਮੂੰਹ 'ਚੋਂ ਨਿਕਲ ਕੇ ਦੇਹ ਨਹੀਂ ਧਾਰਦੇ, ਕਿਉਂਕਿ ਪਵਿੱਤਰ ਆਤਮਾ ਤੋਂ ਬਿਨਾਂ ਕੋਈ ਵੀ ਸ਼ਬਦ ਦੇਹ ਨਹੀਂ ਧਾਰ ਸਕਦਾ। ਪਰਮੇਸ਼ਵਰ ਨੇ ਧਰਤੀ ਦੀ ਰਚਨਾ ਪਵਿੱਤਰ ਆਤਮਾ ਦੇ ਨਾਲ ਕੀਤੀ। ਯਿਸੂ ਮਸੀਹ ਦੇ ਨਾਲ ਉਹ ਪਵਿੱਤਰ ਆਤਮਾ ਸੀ, ਤਾਂ ਹੀ ਯਿਸੂ ਮਸੀਹ ਦੇ ਬੋਲਣ 'ਤੇ ਸਾਰੇ ਕੰਮ ਹੁੰਦੇ ਸੀ। ਸੋ ਜੇ ਤੁਸੀਂ ਪਵਿੱਤਰ ਆਤਮਾ ਵਾਲੇ ਕੰਮ ਕਰੋਗੇ, ਜੋ ਪਵਿੱਤਰ ਆਤਮਾ ਐਕਸੈਪਟ ਕਰਦਾ, ਤਾਂ ਪਵਿੱਤਰ ਆਤਮਾ ਤੁਹਾਡੇ ਵਿੱਚ ਆਊਗਾ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਜਿਸ ਤਰ੍ਹਾਂ ਤੁਸੀਂ ਇੰਟਰਨੈੱਟ ਦਾ ਰਿਚਾਰਜ ਕਰਾਉਂਦੇ ਆ, ਜਦੋਂ ਤੁਹਾਡਾ ਨੈੱਟ ਪੈਕ ਮਤਲਬ ਕਿ ਸਟਰੋਂਗ ਨਹੀਂ ਹੁੰਦਾ, 2G ਆ, ਬਟ 4G ਦੇ ਨਾਲ ਹੀ ਸਾਡਾ ਕਨੈਕਸ਼ਨ ਗੁੱਡ ਹੈ। ਜਦੋਂ ਸਾਡਾ 4G ਕਨੈਕਸ਼ਨ ਮਤਲਬ ਸਾਡਾ ਕਨੈਕਸ਼ਨ ਜੋ ਨੈੱਟ ਕਨੈਕਸ਼ਨ ਆ ਉਹ ਸਹੀ ਨਹੀਂ ਆ, ਤਾਂ ਸਾਡਾ ਨੈੱਟ ਸਲੋ ਆ। ਸੋ ਸਾਨੂੰ ਪਰਮੇਸ਼ਵਰ ਦੇ ਨਾਲ ਕਨੈਕਸ਼ਨ 4G ਮਤਲਬ ਕਿ ਇੱਕ ਅਜਿਹਾ ਕਨੈਕਸ਼ਨ ਕਰਨ ਦੀ ਲੋੜ ਆ ਕਿ ਜਿਹੜਾ ਸਪੀਡ ਵਾਲਾ। ਸੋ ਪ੍ਰਾਰਥਨਾ ਹੀ ਸਾਡਾ ਇਹ ਕਨੈਕਸ਼ਨ ਪਰਮੇਸ਼ਵਰ ਦੇ ਨਾਲ ਜੋੜ ਸਕਦੀ ਹੈ। ਟੁੱਟਿਆ ਹੋਇਆ ਮਨ ਅਤੇ ਕੁਚਲਿਆ ਹੋਇਆ ਆਤਮਾ ਪਰਮੇਸ਼ਵਰ ਦੇ ਮਤਲਬ ਅੱਗੇ ਇੱਕ ਦਇਆਯੋਗ ਆ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇਸ ਵਚਨ ਦੇ ਜ਼ਰੀਏ ਕਿ ਤੁਸੀਂ ਇਹਨਾਂ ਚੀਜ਼ਾਂ 'ਤੇ ਮਨ ਨਾ ਲਾਓ, ਜੋ ਸੰਸਾਰ ਦੀਆਂ ਚੀਜ਼ਾਂ ਇਹਨਾਂ ਵੱਲ ਧਿਆਨ ਨਾ ਦਿਓ, ਮਨਾਂ ਨੂੰ ਬਦਲੋ, ਮਨ ਨੂੰ ਫਿਰਾਓ। ਸੋ ਯਿਸੂ ਮਸੀਹ ਦੇ ਨਾਮ 'ਚ ਬਪਤਿਸਮਾ ਲਓ, ਤੌਬਾ ਕਰੋ ਪਾਪਾਂ ਤੋਂ। ਅੱਗੇ ਮੈਂ ਤੁਹਾਨੂੰ ਵਚਨ ਦੇ ਅਕੋਰਡਿੰਗ ਦੱਸਣਾ ਚਾਹੁੰਦਾ ਹਾਂ। ਸੋ ਵਚਨਾਂ ਦੇ ਵਿੱਚ ਤਾਂ ਸਪਸ਼ਟ ਤੌਰ 'ਤੇ ਬੋਲ ਹੀ ਦਿੱਤਾ, ਮੈਂ ਆਇਤਾਂ ਵੀ ਦੱਸਦੀਆਂ, ਤੁਸੀਂ ਪੜ੍ਹ ਸਕਦੇ ਹੋ, ਤੁਹਾਡੇ ਨਾਲ ਪਰਮੇਸ਼ਵਰ ਗੱਲ ਕਰੇ। ਸੋ ਅੱਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਸੋ ਪਰਮੇਸ਼ਵਰ ਜ਼ਬੂਰਾਂ ਦੀ ਪੋਥੀ 50 ਦੀ 16 ਆਇਤ ਦੇ ਵਿੱਚ ਕਹਿੰਦਾ ਹੈ, 50 ਦੇ 16, ਪਰ ਦੁਸ਼ਟ ਨੂੰ ਪਰਮੇਸ਼ਵਰ ਉਹਨੂੰ ਆਖਦਾ ਹੈ, ਤੇਰਾ ਕੀ ਹੱਕ ਹੈ ਜੋ ਮੇਰੀਆਂ ਵਿਧੀਆਂ ਨੂੰ ਸੁਣਾਵੇ, ਅਤੇ ਤੈਂ ਕਿਉਂ ਆਪਣੇ ਮੂੰਹ ਵਿੱਚ ਮੇਰਾ ਨਾਮ ਲਿਆ ਹੈ। ਜਦੋਂ ਤੈਨੂੰ ਤਾੜਨਾ ਬੁਰਾ ਲੱਗਦਾ ਹੈ ਅਤੇ ਤੂੰ ਮੇਰੇ ਵਚਨਾਂ ਨੂੰ ਆਪਣੇ ਪਿੱਛੇ ਸੁੱਟਦਾ ਹੈ। ਜਦ ਤੈਂ ਚੋਰ ਨੂੰ ਡਿੱਠਾ ਤਾਂ ਤੂੰ ਉਹਦੇ ਨਾਲ ਰਲ ਗਿਆ, ਵਿਚਾਰੀਆਂ ਦਾ ਸਾਂਝੀ ਹੋਇਆ, ਤੂੰ ਆਪਣੇ ਮੂੰਹ ਨੂੰ ਬੁਰਾਈ ਲਈ ਖੋਲ੍ਹਿਆ। ਤੇਰੀ ਰਸਨਾ ਧੋਖਾ ਕਰਦੀ ਹੈ, ਤੂੰ ਬਹਿ ਕੇ ਆਪਣੇ ਭਰਾ ਦਾ ਵਿਰੋਧ ਕਰਦਾ ਹੈ, ਆਪਣੇ ਸਕੇ ਭਰਾ ਦੀ ਨਿੰਦਿਆ ਕਰਦਾ ਹੈ। ਤੈਂ ਇਹ ਕੰਮ ਕੀਤੇ ਅਤੇ ਮੈਂ ਚੁੱਪ ਵੱਟ ਛੱਡੀ। ਤੈਂ ਸਮਝਿਆ ਕਿ ਪਰਮੇਸ਼ਵਰ ਵੀ ਠੀਕ ਮੇਰੇ ਵਰਗਾ ਹੈ, ਪਰ ਮੈਂ ਤੈਨੂੰ ਝਿੜਕਾਂਗਾ ਅਤੇ ਤੇਰੀਆਂ ਅੱਖਾਂ ਦੇ ਸਾਹਮਣੇ ਤੇਰਾ ਦਾਵਾ ਪੇਸ਼ ਕਰਾਂਗਾ। ਹੁਣ ਤੁਸੀਂ ਜਿਹੜੇ ਪਰਮੇਸ਼ਵਰ ਨੂੰ ਵਿਸਾਰਦੇ ਹੋ, ਇਸ ਗੱਲ ਨੂੰ ਸੋਚੋ ਕਿਤੇ ਐਂ ਨਾ ਹੋਵੇ ਜੋ ਮੈਂ ਤੁਹਾਨੂੰ ਪਾੜ ਸੁੱਟਾਂ ਅਤੇ ਤੁਹਾਡਾ ਕੋਈ ਛੁਡਾਉਣ ਵਾਲਾ ਨਾ ਹੋਵੇ। ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਗਿਆ ਹੈ ਕਿ ਪਰਮੇਸ਼ਵਰ ਉਸ ਇਨਸਾਨ ਨੂੰ ਕਹਿੰਦਾ ਜੋ ਅਸੀਂ ਅਤੀਤ ਵਿੱਚ ਛੱਡ ਕੇ ਆ ਗਏ। ਜਿਸ ਤਰ੍ਹਾਂ ਮੈਂ ਆਪਣੇ ਆਪ ਦੀ ਐਗਜ਼ਾਮਪਲ ਦਿੰਦਾ ਕਿ ਮੈਂ ਵੀ ਪਹਿਲਾਂ ਗੁਰਦੁਆਰਿਆਂ ਮੰਦਰਾਂ 'ਚ ਸਾਰੇ ਪਾਸੇ ਜਾਂਦਾ ਸੀ, ਹਰ ਇੱਕ ਨੂੰ ਪਰਮੇਸ਼ਵਰ ਹੀ ਸਮਝਦਾ ਸੀ, ਜਿੱਥੇ ਦਿਲ ਕਰਨਾ ਸਿਰ ਝੁਕਾਉਣਾ, ਪਰ ਆਪਾਂ ਗੱਲ ਕਿਸੇ ਦੀ ਵੀ ਨਹੀਂ ਮੰਨਦੇ ਸੀ। ਹਰ ਇੱਕ ਕੰਮ, ਹਰ ਇੱਕ ਵਿਚਾਰ ਆਪਣੇ ਤੋਂ ਦੂਰ ਨਹੀਂ ਸੀ। ਲੜਾਈ ਝਗੜਾ, ਝੂਠ ਬੋਲਣਾ, ਸਾਰਾ ਕੁਝ ਹੀ ਮਤਲਬ ਜੋ ਛੋਟੀਆਂ ਮੋਟੀਆਂ ਗੱਲਾਂ ਬਾਤਾਂ ਪਰਮੇਸ਼ਵਰ ਦੇ ਬਚਨ ਜੋ ਲਿਖੀਆਂ ਆ ਆਪਾਂ ਕਰਦੇ ਸੀ। ਪਰ ਪਰਮੇਸ਼ਵਰ ਨੇ ਸਾਡਾ ਮਨ ਬਦਲਿਆ, ਅਸੀਂ ਯਿਸੂ ਮਸੀਹ ਨੂੰ ਜਾਣਿਆ, ਅਸੀਂ ਮਨ ਬਦਲਿਆ, ਅਸੀਂ ਆਪਣੇ ਆਪ ਨੂੰ ਚੇਂਜ ਕੀਤਾ। ਪ੍ਰਭੂ ਯਿਸੂ ਮਸੀਹ ਸਾਡੇ ਪਾਪਾਂ ਨੂੰ क्षमा ਕਰਦਾ ਹੈ, ਕਿਉਂਕਿ ਅਸੀਂ ਉਸ ਸ਼ਹਿਰ ਦੇ ਵਿੱਚ ਆ ਗਏ ਜੋ ਮੂਸਾ ਨੇ ਆਪਣੇ ਲੋਕਾਂ ਨੂੰ ਕਿਹਾ ਸੀ। ਕਹਿੰਦਾ ਜਦੋਂ ਤੁਸੀਂ ਗਲਤ ਕੰਮ ਕਰਦੇ ਤੁਸੀਂ ਇਹਨਾਂ 3 ਸ਼ਹਿਰਾਂ ਵਿੱਚ ਵੜ ਜਿਓ ਜੇ ਤੁਸੀਂ ਬਚਣਾ। ਮੈਂ ਉਹਨਾਂ 3 ਸ਼ਹਿਰਾਂ ਦੇ ਵਿੱਚੋਂ ਇੱਕ ਸ਼ਹਿਰ 'ਚ ਵੜ ਗਿਆ ਜੋ ਯਿਸੂ ਮਸੀਹ ਦੇ ਨਾਮ ਦੇ ਵਿੱਚ ਓਪਨ ਹੈ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਉਸ 3 ਸ਼ਹਿਰਾਂ ਦੇ ਵਿੱਚੋਂ ਇੱਕ ਸ਼ਹਿਰ 'ਚ ਵੜ ਜਾਓ, ਯਿਸੂ ਮਸੀਹ ਦੇ ਨਾਮ ਦੇ ਵਿੱਚ ਆ ਜਾਓ ਜੇ ਤਾਂ ਤੁਸੀਂ ਬਚਣਾ। ਸੋ ਪਰਮੇਸ਼ਵਰ ਉਸ ਗੁਨਾਹਗਾਰ ਨੂੰ ਕਹਿੰਦਾ ਹੈ ਕਿ ਤੂੰ ਇਹ ਨਾ ਸੋਚ ਜੋ ਤੂੰ ਮੇਰੀ ਬੁਰਾਈ ਕਰਦਾ ਹੈ, ਜੋ ਮਤਲਬ ਚਰਚ ਜਾਂਦੇ ਆ, ਕਿਸੇ ਵੀ ਗੁਰਦੁਆਰੇ ਮੰਦਰਾਂ 'ਚ ਜਾਂਦੇ, ਪਰ ਉਹ ਪਰਮੇਸ਼ਵਰ ਦੇ ਖਿਲਾਫ ਜੋ ਕੰਮ ਆ, ਚੋਰੀ, ਵਿਚਾਰ, ਗਲਤ ਕੰਮ, ਸਾਰੇ ਮਤਲਬ ਕਿ ਜਿੰਨਾ ਝੂਠ ਬੋਲਣਾ ਹੈ ਨਾ, ਬੈਰ ਵਿਰੋਧ, ਘਰਦਿਆਂ ਦਾ ਅਸਤਿਕਾਰ ਕਰਨਾ, ਮਤਲਬ ਉਹਨਾਂ ਦੇ ਖਿਲਾਫ ਬੋਲਣਾ, ਭੈਣ ਭਰਾ ਦੇ ਨਾਲ ਖਿਲਾਫ ਬੋਲਣਾ, ਲੋਕਾਂ ਨੂੰ ਗਲਤ ਨਿਗਾਹ ਨਾਲ ਦੇਖਣਾ, ਕੁੜੀਆਂ ਬੁੜੀਆਂ ਦੇ ਵਿੱਚ ਗਲਤ ਨਿਗਾਹ ਰੱਖਣੀ। ਸੋ ਪਰਮੇਸ਼ਵਰ ਉਹਨਾਂ ਨੂੰ ਕਹਿੰਦਾ ਕਿ ਤੈਨੂੰ ਕੀ ਲੱਗਦਾ ਕਿ ਮੈਂ ਵੀ ਤੇਰੇ ਵਰਗਾ ਹਾਂ ਜੋ ਮੈਂ ਤੇਰੇ ਕੰਮਾਂ ਨੂੰ ਜਾਣਦਾ ਨਹੀਂ। ਪਰਮੇਸ਼ਵਰ ਕਹਿੰਦਾ ਮੈਂ ਜਿੱਦਣ ਮੈਂ ਤੈਨੂੰ ਪਾੜਨਾ ਨਾ, ਮੈਂ ਤੇਰਾ ਤੈਨੂੰ ਲੀਰ ਕਰਨਾ, ਤੈਨੂੰ ਛੁਡਾਉਣ ਵਾਲਾ ਕੋਈ ਨਹੀਂ ਹੋਣਾ। ਪਰ ਪਰਮੇਸ਼ਵਰ ਸਾਨੂੰ ਬਚਾਉਣਾ ਚਾਹੁੰਦਾ ਆ। ਸੋ ਕੋਈ ਪਰਮੇਸ਼ਵਰ ਦੇ ਨਾਲ ਵੈਰ ਵਿਰੋਧ ਨਾ ਕਰੇ, ਉਹਦੇ ਵਿਰੁੱਧ ਨਾ ਖੜੇ। ਸੋ ਅੱਗੇ
ਮੈਂ ਤੁਹਾਨੂੰ ਇੱਕ ਹੋਰ ਆਇਤ ਦੱਸਣਾ ਚਾਹੁੰਦਾ ਹਾਂ, ਜੋ ਇੱਕ ਸਪੈਸ਼ਲ ਆਇਤ ਹੈ ਤੁਹਾਡੇ ਸਾਰਿਆਂ ਵਾਸਤੇ, ਜੋ ਬਚਨ ਮੈਨੂੰ ਕਹਿੰਦਾ ਹੈ। ਸੋ ਇਹ ਲਿਖਿਆ ਗਿਆ ਪਤਰਸ ਦੀ ਦੂਜੀ ਪੱਤਰੀ ਦੇ ਵਿੱਚ, ਪਤਰਸ ਦੂਜੀ ਪੱਤਰੀ ਦਾ ਦੂਜਾ ਅਧਿਆਇ 12 ਆਇਤ। ਉਹ ਲਿਖਿਆ ਗਿਆ, ਉਹ ਸਿੱਧੇ ਰਾਹ ਨੂੰ ਛੱਡ ਕੇ ਕੁਰਾਹੇ ਪੈ ਗਏ, ਬਿਓਰ ਦੇ ਪੁੱਤਰ ਬਲਿਆਮ ਦੇ ਮਾਰਗ ਹੋ ਤੁਰੇ, ਜਿਹਨੇ ਕੁਧਰਮ ਦੀ ਮਜ਼ਦੂਰੀ ਨੂੰ ਪਿਆਰ ਜਾਤਾ, ਪਰ ਉਹਨੇ ਆਪਣੇ ਅਪਰਾਧ ਪਿੱਛੇ ਝਿੜਕ ਖਾਧੀ। ਇੱਕ ਬੇਜ਼ਬਾਨ ਖੋਤੀ ਨੇ ਮਨੁੱਖ ਦੀ ਬੋਲੀ ਵਿੱਚ ਬੋਲ ਕੇ ਉਸ ਨਬੀ ਦੇ ਸੁੱਧਪੁਣੇ ਨੂੰ ਰੋਕ ਦਿੱਤਾ। ਸੋ ਬਚਨ ਸਾਨੂੰ ਦੱਸਦਾ ਹੈ ਕਿ ਉਹਨਾਂ ਲੋਕਾਂ ਬਾਰੇ ਜੋ ਪਰਮੇਸ਼ਵਰ ਦੇ ਦਾਸ ਵੀ ਨੇ। ਸੋ ਜਿਸ ਤਰ੍ਹਾਂ ਇੱਕ ਬਲਿਆਮ ਵੀ ਦਾਸ ਸੀ, ਜੋ ਪਰਮੇਸ਼ਵਰ ਦੇ ਹਜੇ ਭਵਨ ਮਤਲਬ ਕਿ ਰਾਜ ਦੇ ਵਿੱਚ ਐਂਟਰ ਹੋਇਆ, ਬਟ ਉਹ ਹਜੇ ਵੀ ਮਤਲਬ ਕਿ ਗੁਨਾਹ ਦੇ ਵਿੱਚ ਤੁਰੇ ਫਿਰ ਰਿਹਾ। ਬਚਨ ਸਾਨੂੰ ਉਹਦੇ ਵਾਸਤੇ ਸਪਸ਼ਟ ਕਰਦਾ ਹੈ ਕਿ ਉਹਨਾਂ ਲੋਕਾਂ ਨੂੰ ਪਰਮੇਸ਼ਵਰ ਦਾ ਵਚਨ ਕਹਿ ਰਿਹਾ ਹੈ ਕਿ ਤੁਸੀਂ ਸਿੱਧੇ ਰਾਹਾਂ ਨੂੰ ਛੱਡ ਕੇ ਕੁਰਾਹੇ ਪੈ ਗਏ। ਕਿਉਂਕਿ ਜਿਸ ਤਰ੍ਹਾਂ ਬਾਈਬਲ ਦਾ ਗਿਣਤੀ ਦੀ ਪੁਸਤਕ 23 ਅਧਿਆਇ ਦੇ ਵਿੱਚ ਬਲਿਆਮ ਦੇ ਬਾਰੇ ਲਿਖਿਆ ਗਿਆ ਕਿ ਕਿੰਨਾ ਵੱਡਾ ਨਬੀ ਸੀ ਉਹ, ਗੈਰ ਲੋਕਾਂ ਦੇ ਵਿੱਚੋਂ ਪਰਮੇਸ਼ਵਰ ਉਹਦੇ ਨਾਲ ਗੱਲ ਕਰਦਾ ਸੀ। ਪਰ ਉਹ ਜਦੋਂ ਬਲਿਆਮ ਨੂੰ ਬਲਾਕ ਰਾਜੇ ਨੇ, ਮੁਆਬ ਦੇ ਰਾਜੇ ਨੇ ਇੱਕ ਸੁਨੇਹਾ ਭੇਜਿਆ ਕਿ ਤੂੰ ਮੇਰੇ ਕੋਲੇ ਆ, ਮੇਰੇ ਕਰਕੇ ਇਸਰਾਏਲੀਆਂ ਨੂੰ ਵਾਧੋਆਵਾਂ ਦੇ ਤੇ ਮੈਂ ਤੈਨੂੰ ਸੋਨਾ ਚਾਂਦੀ ਸਭ ਕੁਝ ਦੇਵਾਂਗਾ। ਸੋ ਉਸਨੇ ਆਪਣਾ ਨਾਮ ਕਰਨ ਦੇ ਲਈ ਤੇ ਇੱਕ ਪੈਸਾ ਕਮਾਉਣ ਦੇ ਲਈ ਪਰਮੇਸ਼ਵਰ ਤੋਂ ਆਗਿਆ ਲੈਣ ਦੀ ਕੋਸ਼ਿਸ਼ ਕੀਤੀ, ਕਿ ਜਦ ਕਿ ਪਰਮੇਸ਼ਵਰ ਦਾ ਉਹਨੂੰ ਪਤਾ ਹੈ ਕਿ ਪਰਮੇਸ਼ਵਰ ਗਲਤ ਚੀਜ਼ਾਂ ਲਈ ਆਗਿਆ ਨਹੀਂ ਦਿੰਦਾ। ਸਾਨੂੰ ਪਹਿਲੀ ਗੱਲ ਤਾਂ ਇਹ ਕਰਨਾ ਨਹੀਂ ਚਾਹੀਦਾ। ਸੋ ਸਾਨੂੰ ਮਤਲਬ ਕਿ ਗਲਤ ਲੋਕਾਂ ਵਾਸਤੇ ਇਹਦਾ ਮਤਲਬ ਸਾਨੂੰ ਪ੍ਰੇ ਵੀ ਨਹੀਂ ਕਰਨੀ ਚਾਹੀਦੀ। ਸਾਨੂੰ ਪਹਿਲੇ ਦੱਸਣਾ ਚਾਹੀਦਾ ਕਿ ਆਪਣਾ ਮਨ ਸ਼ੁੱਧ ਕਰਕੇ ਆ ਪਹਿਲਾਂ। ਜੇ ਕੋਈ ਸਾਡੇ ਕੋਲੋਂ ਇੱਦਾਂ ਦੀ ਭੇਟਾ ਵੀ ਲੈ ਕੇ ਆਉਂਦਾ ਨਾ ਵੀ ਤੂੰ ਮੇਰੇ ਲਈ ਪ੍ਰਾਰਥਨਾ ਕਰ, ਸਾਨੂੰ ਪਤਾ ਉਹਦਾ ਵਿਚਾਰ ਤਾਂ ਗਲਤ ਆ, ਸਾਨੂੰ ਉਹਦੇ ਸ਼ੁੱਧ ਮਨ ਵਾਸਤੇ ਅਸੀਂ ਪ੍ਰਾਰਥਨਾ ਕਰ ਸਕਦੇ ਕਿ ਪਰਮੇਸ਼ਵਰ ਜੇ ਉਹ ਸਾਡੇ ਕੋਲ ਦੁਹਾਈ ਲੈ ਕੇ ਆਉਂਦਾ ਕਿ ਮੈਂ ਦੁਹਾਈ ਦੇਣਾ ਹੈ ਕਿ ਮੈਨੂੰ ਇਸ ਚੀਜ਼ ਤੋਂ ਛੁਟਕਾਰਾ ਦੇਵੇ, ਪਰਮੇਸ਼ਵਰ ਫਿਰ ਕਰ ਸਕਦੇ। ਬਟ ਅਦਰਵਾਈਜ਼ ਜੇ ਸਾਨੂੰ ਕਹਿੰਦਾ ਮੇਰਾ ਗਲਤ ਧੰਦਾ ਆ, ਉਹਦੇ ਵਾਸਤੇ ਪ੍ਰਾਰਥਨਾ ਕਰ, ਮੈਂ ਆਪਣਾ ਦਸ਼ਵੰਥ ਲੈ ਕੇ ਆਇਆ, ਮੇਰਾ ਚੱਲਦਾ ਰਹੇ। ਸੋ ਸਾਨੂੰ ਚਾਹੀਦਾ ਕਿ ਅਸੀਂ ਬਲਿਆਮ ਨਹੀਂ ਬਣਨਾ, ਕਿਉਂਕਿ ਬਲਿਆਮ ਨੇ ਵੀ ਇਸੇ ਤਰ੍ਹਾਂ ਕੀਤਾ ਸੀ ਜੋ ਬਲਾਕ ਦੇ ਕੋਲ ਗਿਆ। ਸੋ ਉਹਦੇ ਕਰਕੇ ਪਰਮੇਸ਼ਵਰ ਨੂੰ 2 ਵਾਰ ਪੁੱਛਿਆ ਨੇ, ਪਰਮੇਸ਼ਵਰ ਦੇ ਕਹੇ ਤੇ ਗਿਆ ਉਹ, ਪਰਮੇਸ਼ਵਰ ਨੇ ਕਿਹਾ ਚੱਲ ਜਾ। ਉਹਦੇ ਮਨ ਨੂੰ ਪਰਮੇਸ਼ਵਰ ਨੇ ਜਾਂਚਣ ਦੇ ਲਈ। ਸੋ ਅਜਿਹੇ ਨਬੀ ਬਹੁਤ ਨੇ ਜਿਨ੍ਹਾਂ ਨੂੰ ਪਰਮੇਸ਼ਵਰ ਜਾਂਚਣ ਦੇ ਲਈ ਇਸਤੇਮਾਲ ਕਰਦਾ, ਬਟ ਪਰਮੇਸ਼ਵਰ ਆਪਣੀ ਬਲਿਦਾਨ ਤੇ ਬਲੈਸਿੰਗ ਨੂੰ ਵਾਪਸ ਨਹੀਂ ਲੈਂਦਾ, ਪਰ ਉਹ ਕੰਪੇਅਰ ਕਰਦਾ ਇਸੇ ਤਰ੍ਹਾਂ ਨਬੀਆਂ ਦੇ ਨਾਲ। ਸੋ ਸਾਨੂੰ ਸਮਝਣ ਦੀ ਲੋੜ ਆ ਕਿ ਅਸੀਂ ਬਲਿਆਮ ਵਰਗੇ ਨਬੀਆਂ ਦੇ ਪਿੱਛੇ ਤਾਂ ਨਹੀਂ ਚੱਲਦੇ ਜੋ ਪੈਸਾ, ਧਨ ਦੌਲਤ ਮਤਲਬ ਕਿ ਇਹਨਾਂ ਲੋਕਾਂ ਲਈ ਵੀ ਪ੍ਰਾਰਥਨਾ ਕਰਦੇ ਆ ਜੋ ਪਰਮੇਸ਼ਵਰ ਦੇ ਬੰਦਿਆਂ ਨੂੰ ਕੁਰਾਹੇ ਪਾਉਣਾ ਚਾਹੁੰਦੇ ਆ। ਜਿਸ ਤਰ੍ਹਾਂ ਬਲਿਆਮ ਨਬੀ ਨੇ ਬਲਾਕ ਨੂੰ ਦੱਸਿਆ ਕਿ ਇਜ਼ਰਾਈਲੀ ਪਵਿੱਤਰ ਆ, ਇਹਨਾਂ ਦਾ ਤੂੰ ਕੁਝ ਨਹੀਂ ਵਿਗਾੜ ਸਕਦਾ, ਜਦੋਂ ਤੱਕ ਇਹਨਾਂ ਦੇ ਵਿੱਚ ਅਪਵਿੱਤਰਤਾ ਨਾ ਆਈ ਇਹਨਾਂ ਦਾ ਤੂੰ ਕੁਝ ਨਹੀਂ ਵਿਗਾੜ ਸਕਦਾ। ਸੋ ਬਚਨ ਸਾਨੂੰ ਦੱਸਦਾ ਆ ਕਿ ਉਸਨੇ ਬਲਾਕ ਨੇ ਉਹਨਾਂ ਦੇ ਵਿੱਚ ਫਿਰ ਮੁਆਬ ਦੀਆਂ ਸੋਹਣੀਆਂ ਕੁੜੀਆਂ ਨੂੰ ਭੇਜਿਆ, ਜਿਹਦੇ ਨਾਲ ਉਹ ਵਿਚਾਰ ਵਿੱਚ ਗਏ, ਉਹਨਾਂ ਦੇ ਮਗਰ ਲੱਗ ਕੇ ਜਾਦੂ ਕਰਨ ਲੱਗੇ, ਉਹਨਾਂ ਦੀ ਮੂਰਤੀ ਪੂਜਾ ਕਰਨ ਲੱਗੇ, ਤਾਂ ਪਰਮੇਸ਼ਵਰ ਨੇ ਉਹਨਾਂ ਨੂੰ ਛੱਡਿਆ। ਸੋ ਅਜਿਹੇ ਲੋਕਾਂ ਦੇ ਪਿੱਛੇ ਨਹੀਂ ਲੱਗਣਾ ਜੋ ਸਾਨੂੰ ਸੰਸਾਰ ਦੀ ਬਲੈਸਿੰਗ ਦੀਆਂ ਗੱਲਾਂ ਦੱਸਦੇ ਆ। ਸਾਨੂੰ ਪਰਮੇਸ਼ਵਰ ਦੇ ਵਚਨ ਦੇ ਮਗਰ ਲੱਗਣਾ ਚਾਹੀਦਾ ਆ। ਬਹੁਤ ਸਾਰੇ ਨਬੀ ਆ, ਯਹੂਦਾ ਵਰਗੇ ਜੋ ਬਾਈਬਲ ਦੇ ਵਿੱਚ ਆ, ਪਤਰਸ, ਪੌਲੁਸ, ਯਾਕੂਬ, ਯਹੋਨਾ, ਬਹੁਤ ਇਹਨਾਂ ਤੋਂ ਸਿੱਖੋ। ਤੁਹਾਨੂੰ ਸੰਸਾਰ ਦੇ ਵਿੱਚ ਬਹੁਤ ਨਬੀ ਮਿਲਣੇ ਆ। ਪਹਿਲਾ ਸਾਡੇ ਭਰਾ ਆ ਜੋ ਜਿਨ੍ਹਾਂ ਨੇ ਸਾਨੂੰ ਭਰਾ ਕਹਿ ਕੇ ਬੁਲਾਇਆ ਵਾ ਨਬੀ, ਉਹ ਬਾਈਬਲ ਦੇ ਵਿੱਚ ਆ। ਮੈਂ ਤੁਹਾਡੇ ਅੱਗੇ ਰਿਕੁਐਸਟ ਕਰਦਾ ਹਾਂ ਕਿ ਤੁਸੀਂ ਸੰਸਾਰ ਦੇ ਪਾਸਟਰਾਂ ਨੂੰ ਫਾਦਰ, ਪਿਤਾ ਕਹਿਣ ਤੋਂ ਪਹਿਲਾਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਦਿੱਤੇ ਗਏ ਸਾਡੇ ਸਹਾਇਕ ਜੋ 12 ਰਸੂਲ ਆ ਉਹਨਾਂ ਦੇ ਮਗਰ ਚੱਲੋ। ਸੋ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਦੱਸਾਂਗਾ, ਓਲਡ ਸਮੈਸਟਰ ਦੇ ਵਿੱਚ ਵੀ ਬਹੁਤ ਨਬੀ ਨੇ, ਤੁਸੀਂ ਉਹਨਾਂ ਦੇ ਮਗਰ ਚੱਲੋ, ਉਹਨਾਂ ਦੀ ਸਿੱਖਿਆ ਨੂੰ ਲਓ, ਸੰਸਾਰ ਦੇ ਲੋਕਾਂ ਪਿੱਛੇ ਨਾ ਚੱਲੋ। ਅਗਰ ਤੁਹਾਨੂੰ ਕੋਈ ਗੁੱਡ ਸਿੱਖਿਆ ਦਿੰਦਾ ਹੈ ਤਾਂ ਤੁਸੀਂ ਉਹਦੇ ਮਗਰ ਚੱਲੋ। ਪ੍ਰਭੂ ਯਿਸੂ ਮਸੀਹ ਨੇ ਕਿਹਾ ਜੇ ਕੋਈ ਤੈਨੂੰ ਤ੍ਰੇਤ ਦੇ ਹੁਕਮ ਦੱਸਦਾ ਆ ਤੂੰ ਉਹਦੇ ਹੁਕਮ ਸੁਣ, ਪਰ ਉਹਨਾਂ ਵਰਗਾ ਨਾ ਬਣੀ ਕਿ ਮਤਲਬ ਉਹਨਾਂ ਦੇ ਗੁਨਾਹ ਵਰਗਾ ਨਾ ਬਣੀ। ਜਿਸ ਤਰ੍ਹਾਂ ਹੁਣ ਬਲਿਆਮ ਨੇ, ਪਰਮੇਸ਼ਵਰ ਨੇ ਉਹਨੂੰ ਕਿਹਾ ਵੀ ਤੂੰ ਮੇਰੇ ਵੱਲ ਧਿਆਨ ਰੱਖੀ, ਪਰ ਉਹਨੂੰ ਦੇਖ ਲਓ ਉਹਦੀਆਂ ਇੰਨੀਆਂ ਅੱਖਾਂ ਬੰਦ ਹੋ ਗਈਆਂ ਕਿ ਉਹਦੀ ਜਦੋਂ ਗਦੀ ਲੈ ਕੇ ਜਾ ਰਿਹਾ ਸਵਰਗਦੂਤ ਉਹਦੇ ਅੱਗੇ ਖੜਾ, ਉਹਨੂੰ ਸਵਰਗਦੂਤ ਨਹੀਂ ਦਿਖਿਆ, ਉਹਦੀਆਂ ਅੱਖਾਂ ਧੰਨ ਨੇ ਬੰਦ ਕਰਤੀਆਂ। ਗਦੀ ਨੂੰ ਸਵਰਗਦੂਤ ਦਿਖ ਰਿਹਾ ਤੇ 3 ਵਾਰ ਗਦੀ ਨੂੰ ਸਵਰਗਦੂਤ ਦਿਖਿਆ। ਇੱਕ ਵਾਰੀ ਉਹ ਖੇਤ ਵੱਲ ਨੂੰ ਭੱਜ ਗਈ, ਦੂਜੀ ਵਾਰੀ ਉਹ ਕੰਧ ਦੇ ਨਾਲ, ਜਦੋਂ ਦੋਨੇ ਪਾਸੇ ਰਾਹ ਨਹੀਂ ਸੀ ਮੁੜਨ ਨੂੰ, ਕੰਧ ਦੇ ਨਾਲ ਡਿੱਗ ਪਈ, ਤੀਜੀ ਵਾਰੀ ਤਾਂ ਬੈਠ ਗਈ ਵਿਚਾਰੀ ਥੱਲੇ। ਠੀਕ ਆ, ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਪ੍ਰਭੂ ਨੇ ਜੋ 3 ਵਾਰ ਦਾ ਚਿੰਨ੍ਹ ਹੈ, ਇਹ ਵੀ ਪਰਮੇਸ਼ਵਰ ਦਾ ਇੱਕ ਵੱਡਾ ਅਦਭੁਤ ਚਿੰਨ੍ਹ ਹੈ। ਵਾਰ-ਵਾਰ 3 ਵਾਰ ਜੋ ਹੋਣਾ, ਇਹ ਵੀ ਪ੍ਰਭੂ ਸਾਨੂੰ ਕਹਿੰਦਾ ਵੀ ਤੂੰ ਪਿੱਛੇ ਮੁੜ, 3 ਵਾਰ ਨੂੰ ਭੱਜ ਜਾ। ਤੀਜੀ ਵਾਰ ਦੇ ਵਿੱਚ ਮਤਲਬ ਇਹ ਆ ਕਿ ਪਰਮੇਸ਼ਵਰ ਨੇ ਬਚਨ ਦੇ ਵਿੱਚ ਵਾਰ-ਵਾਰ 3 ਹੀ ਚੀਜ਼ਾਂ
3:7 ਬਹੁਤ ਵਾਰ ਆਇਆ, 40:3:7 ਇਹਨਾਂ ਚੀਜ਼ਾਂ ਨੂੰ ਤੁਸੀਂ ਸਮਝੋ ਪਰਮੇਸ਼ਵਰ ਦਾ ਕੀ ਮੈਸੇਜ ਆ। ਠੀਕ ਆ, ਇਹ ਵੀ ਇੱਕ ਵੱਡੀ ਪ੍ਰੋਫੈਸੀ ਆ, ਇਹ ਸਮਝਣ ਦੀ ਲੋੜ ਆ। ਆਤਮਿਕ ਤੌਰ 'ਤੇ ਤੁਹਾਨੂੰ ਆਤਮਾ ਤੋਂ ਬਿਨਾਂ ਕੁਝ ਨਹੀਂ ਪਤਾ ਲੱਗਣਾ। ਪਰਮੇਸ਼ਵਰ ਦਾ ਵਚਨ ਆਤਮਾ ਦੇ ਵਿੱਚ ਸਾਨੂੰ ਵਧਾਉਂਦਾ ਆ, ਨਾ ਕਿ ਸਰੀਰ ਦੇ ਵਿੱਚ। ਸਰੀਰ ਦੀਆਂ ਚੀਜ਼ਾਂ ਪਿੱਛੇ ਨਾ ਜਾਓ, ਸੋ ਕੁਰਾਹੇ ਨਾ ਪਾਓ ਇਹਨਾਂ ਨਬੀਆਂ ਦੇ ਪਿੱਛੇ ਲੱਗ ਕੇ, ਜੋ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਦਸ਼ਵੰਧ ਦਿਓ, ਜਾਂ ਤੁਹਾਨੂੰ ਕਹਿੰਦੇ ਆ ਵੀ ਤੁਸੀਂ ਲੰਗਰ ਲਾ ਦਿਓ, ਤੁਸੀਂ ਰੋਟੀ ਦਿਓ, ਗਰੀਬਾਂ ਨੂੰ ਦਿਓ, ਤੁਸੀਂ ਉਹ ਵੀ ਦਿਓ। ਹਾਂ ਦਿਓ, ਤੁਸੀਂ ਵਧੀਆ ਗੱਲ ਆ, ਬਹੁਤ ਵਧੀਆ ਗੱਲ ਆ। ਜੇ ਤੁਹਾਡੇ ਕੋਲ ਹੈਗਾ ਧਨ ਦੌਲਤ ਤੁਸੀਂ ਦਿਓ, ਮੈਂ ਵੀ ਖੁਸ਼ ਹਾਂ, ਕਿਉਂਕਿ ਪਰਮੇਸ਼ਵਰ ਦੇ ਰਾਜ ਦੇ ਵਿੱਚ ਆਪਾਂ ਦਿੰਦੇ ਹਾਂ, ਸਾਨੂੰ ਖੁਸ਼ੀ ਮਿਲਦੀ ਆ, ਸਾਡੀ ਆਤਮਾ ਨੂੰ ਸ਼ਾਂਤੀ ਮਿਲਦੀ ਕਿ ਮੈਂ ਪਰਮੇਸ਼ਵਰ ਦੇ ਰਾਜ ਨੂੰ ਵਧਾ ਰਿਹਾ, ਮੈਂ ਆਪਣੇ ਪਿਤਾ ਦੇ ਰਾਜ ਨੂੰ। ਪਰ ਉਸ ਤੋਂ ਇਲਾਵਾ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਕਿਤੇ ਤੁਸੀਂ ਕੁਰਾਹੇ 'ਤੇ ਨਹੀਂ ਤੁਰੇ ਹੋ, ਤੁਸੀਂ ਉਹ ਤਾਂ ਨਹੀਂ ਹੈਗੇ ਜਿਹੜਾ ਬਲਾਕ ਜੋ ਪਰਮੇਸ਼ਵਰ ਦੇ ਬੰਦੇ ਕੋਲ ਜਾ ਕੇ ਕਹਿ ਰਿਹਾ ਕਿ ਮੇਰੇ ਲਈ ਪ੍ਰਾਰਥਨਾ ਕਰ, ਇਹਨਾਂ ਲਈ ਤੂੰ ਬਦਦੁਆਵਾਂ ਦੇ, ਇਜ਼ਰਾਈਲੀਆਂ ਦੇ ਮੈਂ ਮਾਰ ਸਕਾਂ, ਕਿਉਂਕਿ ਇਜ਼ਰਾਈਲੀ ਤਾਂ ਪਰਮੇਸ਼ਵਰ ਦੀ ਕੌਮ ਆ। ਸੋ ਕਹਿਣ ਦਾ ਮਤਲਬ ਜੋ ਪਵਿੱਤਰ ਲੋਕ ਆ ਪਰਮੇਸ਼ਵਰ ਦੀ ਕੌਮ ਆ। ਸੋ ਸਾਡੇ ਉੱਤੇ ਜਾਦੂ, ਪਰਮੇਸ਼ਵਰ ਨੇ ਲਿਖਿਆ ਯਾਕੂਬ ਦੇ ਘਰਾਣੇ 'ਤੇ ਜਾਦੂ ਟੂਣਾ ਨਹੀਂ ਚੱਲੇਗਾ। ਸੋ ਜਿਹੜੇ ਪਰਮੇਸ਼ਵਰ ਦੇ ਬੰਦੇ ਉਹਨਾਂ 'ਤੇ ਜਾਦੂ ਟੂਣਾ ਨਹੀਂ ਚੱਲਣਾ। ਪਰ ਬਚੋ ਇਹਨਾਂ ਨਬੀਆਂ ਤੋਂ, ਜਿਹੜੇ ਬਲਾਕ ਵਰਗੇ ਆ, ਬਲਿਆਮ ਵਰਗੇ ਆ, ਜੋ ਮਤਲਬ ਪਰਮੇਸ਼ਵਰ ਜਿਨ੍ਹਾਂ ਨੂੰ ਸਿਲੈਕਟ ਤਾਂ ਕਰ ਲੈਂਦਾ, ਪਰ ਉਹਨਾਂ ਦੀ ਧਿਆਨ ਉਹ ਸੋਨਾ ਚਾਂਦੀ ਵੱਲ ਲੱਗ। ਫਿਰ ਵੀ ਦੇਖੋ ਪਰਮੇਸ਼ਵਰ ਦੇ ਆਤਮੇ ਨੇ ਉਹਨੂੰ ਤਾਂ ਪਹਿਲਾਂ ਸਵਰਗਦੂਤ ਨੇ ਰੋਕਿਆ, ਠੀਕ ਆ, ਫਿਰ ਵੀ ਗਿਆ ਉਹ। ਪਹਿਲਾਂ ਤੁਹਾਨੂੰ ਸਮਝਣਾ ਚਾਹੀਦਾ ਸਵਰਗਦੂਤ ਮੈਨੂੰ ਰਾਹੇ ਜਾਣ ਤੋਂ ਰੋਕ ਰਿਹਾ, ਮੈਂ ਜਾ ਰਿਹਾ, ਪਰਮੇਸ਼ਵਰ ਉਹਨੂੰ ਪਰਖ ਤਾਂ ਨਹੀਂ ਰਿਹਾ। ਫਿਰ ਉਹ ਉੱਥੇ ਜਗਵੇਦੀ ਬਣਾਈ, ਪਰਮੇਸ਼ਵਰ ਨੇ ਇਜ਼ਰਾਈਲੀਆਂ ਨੂੰ ਬਲੈਸਿੰਗ ਦਿੱਤੀ, ਨਾ ਕਿ ਬਾਈਬਲ ਦੱਸਦੀ ਆ ਬਲੈਸਿੰਗ ਹੀ ਬਲੈਸਿੰਗ ਦਿੱਤੀ। ਅਤੇ ਜੋ ਉਹ ਰਾਜਾ ਬਲਾਮ ਬੋਲਿਆ ਕਿ ਤੂੰ ਉਹਨਾਂ ਨੂੰ, ਬਲਿਆਮ ਨਬੀ ਮੈਂ ਤੇਰੇ ਕੋਲ ਇਸ ਕਰਕੇ ਆਇਆ ਸੀ ਕਿ ਤੂੰ ਉਹਨਾਂ ਨੂੰ ਬਦਦੁਆਵਾਂ ਦੇਵੇ, ਪਰ ਤੂੰ ਤਾਂ ਬਲੈਸਿੰਗ ਦੇ ਰਿਹਾ। ਸੋ ਬਾਈਬਲ ਤੁਹਾਨੂੰ ਦੱਸਦੀ, ਉਹ ਕਹਿੰਦਾ ਵੀ ਜੋ ਮੈਨੂੰ ਪਰਮੇਸ਼ਵਰ ਨੇ ਦੱਸਿਆ ਮੈਂ ਤਾਂ ਉਹੀ ਕਹਿਣਾ। ਇਸ ਤੋਂ ਇਲਾਵਾ ਤੁਸੀਂ ਇਹ ਹਿਸਾਬ ਲਾ ਲਓ ਕਿ ਪਰਮੇਸ਼ਵਰ ਦਾ ਕਿੰਨਾ ਪਿਆਰਾ ਨਬੀ ਸੀ ਬਲਿਆਮ, ਜੋ ਤੁੱਛ ਹੋ ਗਿਆ, ਕਿਉਂਕਿ ਪਰਮੇਸ਼ਵਰ ਨੇ ਉਸ ਦੀ ਜਵਾਨੀ ਇਹ ਵੀ ਪਾਇਆ ਸੀ ਕਿ ਯਿਸੂ ਮਸੀਹ ਯਾਕੂਬ ਦੇ ਘਰਾਣੇ ਦੇ ਵਿੱਚੋਂ ਆਵੇਗਾ। ਉਹਦੇ ਵਿੱਚ ਲਿਖਿਆ ਗਿਆ ਆ, ਯਾਕੂਬ ਦੇ ਘਰਾਣੇ ਤੋਂ ਇੱਕ ਤਾਰਾ ਚਮਕਦਾ ਹੋਇਆ ਤਾਰਾ ਮੈਂ ਦੇਖ ਰਿਹਾ, ਜੋ ਸਾਰੇ ਮੁਆਬੀਆਂ ਦਾ ਨਾਸ਼ ਕਰੇਗਾ, ਮਤਲਬ ਪਾਪੀਆਂ ਦਾ ਨਾਸ਼ ਕਰੇਗਾ ਅਤੇ ਆਪਣੇ ਲੋਕਾਂ ਨੂੰ ਬਚਾਵੇਗਾ। ਸੋ ਇਸ ਤੋਂ ਸਾਨੂੰ ਪਤਾ ਲੱਗਦਾ ਕਿ ਪਰਮੇਸ਼ਵਰ ਦੇ ਵਿੱਚ ਬਣੇ ਰਹਿਣ ਦੇ ਨਾਲ ਅਤੇ ਪਰਮੇਸ਼ਵਰ ਤੋਂ ਅਲੱਗ ਹੋਣ ਦੇ ਨਾਲ ਸਾਨੂੰ ਕਿੱਦਾਂ, ਮਤਲਬ ਪਰਮੇਸ਼ਵਰ ਕਿ ਸਾਡੀਆਂ ਬਾਰ-ਬਾਰ ਐਗਜ਼ੈਂਪਲਾਂ ਉੱਠਦੀਆਂ ਆ। ਸੋ ਆਪਾਂ ਚੰਗਿਆਂ ਲਈ ਐਗਜ਼ੈਂਪਲ ਬਣਨਾ, ਬੁਰਾਈ ਦੇ ਲਈ ਨਹੀਂ। ਸੋ ਬਾਈਬਲ ਸਾਨੂੰ ਦੱਸਦੀ ਹੈ ਬਲਿਆਮ ਨਬੀ ਬਾਰੇ 8 ਕਿਤਾਬਾਂ ਦੇ ਵਿੱਚ ਬਾਈਬਲ ਦੇ ਵਿੱਚ ਦਿੱਤਿਆ ਗਿਆ। ਓਲਡ ਸਮੈਸਟਰ ਦੀਆਂ 5 ਅਤੇ ਨਿਊ ਸਮੈਸਟਰ ਦੀਆਂ 3 ਤੁਸੀਂ ਪੜ੍ਹ ਸਕਦੇ ਹੋ। ਪ੍ਰਕਾਸ਼ ਦੀ ਪੋਥੀ, ਯਹੂਦਾ ਦੇ ਅਧਿਆਏ ਦੇ ਵਿੱਚ, ਉਸ ਤੋਂ ਬਾਅਦ ਪਤਰਸ ਦੂਜਾ, ਫਿਰ ਵਿਵਸਥਾ ਸਾਰ, ਗਿਣਤੀ, ਲੀਵੀਆ ਦੀ ਪੋਥੀ, ਉਸ ਤੋਂ ਇਲਾਵਾ ਤੁਹਾਨੂੰ ਨਹਮਿਆ 'ਚ ਮਿਲ ਜਾਣਾ ਆ, ਉਸ ਤੋਂ ਇਲਾਵਾ ਮਿਕਾ ਦੇ ਵਿੱਚ ਮਿਲ ਜਾਣਾ ਬਲਿਆਮ ਦੇ ਬਾਰੇ, ਕਿਉਂਕਿ ਪਰਮੇਸ਼ਵਰ ਸਾਨੂੰ ਇਹ ਗੱਲ ਕਹਿ ਰਿਹਾ ਕਿ ਤੁਸੀਂ ਇਹ ਨਬੀਆਂ ਤੋਂ ਬਚੋ। ਬਾਰ-ਬਾਰ 8 ਵਾਰ ਸਾਨੂੰ ਇਹ ਮਤਲਬ ਕਿ ਪਰਮੇਸ਼ਵਰ ਨੇ ਦਿਖਾ ਲਿਆ। ਸੋ ਮੈਂ ਹਰੇਕ ਨੂੰ ਬੁਰਾ ਨਹੀਂ ਕਹਿੰਦਾ, ਬਹੁਤ ਹੀ ਵਧੀਆ ਪਾਸਟਰ ਆ, ਮੈਂ ਵੀ ਉਹਨਾਂ ਦੀਆਂ ਚਰਚਾਂ ਵਿੱਚ ਜਾਂਦਾ, ਬੜਾ ਵਧੀਆ ਬਚਨ ਸੁਣਾਉਂਦੇ ਆ, ਬਹੁਤ ਹੀ ਚੰਗੀਆਂ ਗੱਲਾਂ ਦੱਸਦੇ, ਮਨ ਖੁਸ਼ ਹੋ ਜਾਂਦਾ। ਪਰ ਸਾਨੂੰ ਚਾਹੀਦਾ ਕਿ ਯਾਰ ਅਸੀਂ ਬਚਨ ਦੇ ਮਗਰ ਚੱਲਦੇ ਵੀ ਹਾਂ, ਆਪਣੇ ਆਪ ਨੂੰ ਪਰਖੋ, ਜਾਂਚੋ। ਬਚਨ ਦੇ ਵਿੱਚ ਲਿਖਿਆ ਆਪਣੇ ਆਪ ਨੂੰ ਜਾਂਚ, ਆਪਣੇ ਆਤਮਾ ਨੂੰ ਦੇਖ ਕੇ ਤੇ ਮੈਂ ਕੁਰਾਹੇ 'ਤੇ ਨਹੀਂ ਬਹਿ ਰਿਹਾ। ਅਤੇ ਬਚਨ ਸਾਨੂੰ ਬਾਰ-ਬਾਰ ਇਹੀ ਗੱਲ ਸਮਝਾ ਰਿਹਾ। ਸੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਸੇਮ ਗੱਲ ਕਰਦਾ ਕਿ ਗਦੀ ਨੇ ਤਾਂ ਦੇਖੋ ਉਹਨੂੰ ਦੱਸਿਆ, ਜਦੋਂ ਉਹਨੇ ਗਦੀ ਨੂੰ ਮਾਰ ਰਿਹਾ, ਗਦੀ ਨੂੰ ਮਾਰ ਰਿਹਾ ਆ, ਪਰ ਗਦੀ ਕਹਿ ਰਹੀ ਕਿ ਮੈਂ ਕੀ ਤੇਰਾ ਕੀਤਾ, ਮੈਂ ਤਾਂ ਤੇਰੇ ਨਾਲ ਇੰਨਾ ਟਾਈਮ ਰਹੀ। ਪਰਮੇਸ਼ਵਰ ਨੇ ਗਦੀ ਦੇ ਮਨ 'ਚ ਸਵਰਗਦੂਤ ਦਿਖਾੜਤਾ, ਕਿਉਂਕਿ ਗਦੀ ਉਹਦੀ ਵਫਾਦਾਰ ਸੀ, ਗਦੀ ਨੂੰ ਲਾਲਚ ਨਹੀਂ, ਗਦੀ ਤਾਂ ਉਹਦੀ ਵਫਾਦਾਰ ਆ। ਸੋ ਪਰਮੇਸ਼ਵਰ ਕਈ ਵਾਰ ਸਾਡੇ ਨਾਲ ਇੱਦਾਂ ਹੁੰਦੀ ਕਿ ਸਾਡੇ ਨਾਲ ਜਿਹੜਾ ਕੋਈ ਸਾਡਾ ਸਪੈਸ਼ਲ ਬੰਦਾ ਆ, ਜਿਹੜਾ ਸਾਡੇ ਨਾਲ ਆ, ਕੋਈ ਦੋਸਤ ਆ, ਸਾਡਾ ਭੈਣ ਭਰਾ ਆ, ਉਹ ਸਾਨੂੰ ਕੁਰਾਹੇ ਜਾਣ ਤੋਂ ਰੋਕਣ ਦੇ ਲਈ ਪਰਮੇਸ਼ਵਰ ਉਹਨੂੰ ਦਿਖਾੜਦਾ, ਪਰ ਸਾਨੂੰ ਉਹਦੀ ਗੱਲ ਸਮਝ ਲੈਣੀ ਚਾਹੀਦੀ ਆ। ਜਿਸ ਤਰ੍ਹਾਂ ਇਹਨੂੰ ਹੁਣ ਬਲਿਆਮ ਨੂੰ ਗਦੀ ਦੀ ਜੋ ਜਿੱਤੇ ਬੈਠਾ ਸੀਗਾ, ਉਹਨੂੰ ਉਹ ਕਹਿ ਰਿਹਾ, ਕਹਿੰਦਾ ਜੇ ਤੂੰ ਨਾ ਮੰਨੀ ਉੱਠਦੀ ਨਾ, ਮੈਂ ਤੈਨੂੰ ਵੱਢ ਦੇਣਾ ਸੀ, ਕਹਿੰਦਾ ਤੈਨੂੰ ਮੈਂ ਤੇਰੇ ਟੋਟੇ ਕਰ ਦੇਣੇ ਸੀ। ਇੰਨੇ ਕ੍ਰੋਧ ਵਿੱਚ ਸੀ ਉਹ। ਕਹਿੰਦੀ ਵੀ ਮੈਂ ਤੇਰਾ ਕੀ ਵਿਗਾੜਿਆ। ਫਿਰ ਸਵਰਗਦੂਤ ਨੇ ਉਹਨੂੰ ਕੀ ਕਿਹਾ, ਕਹਿੰਦਾ ਜੇ ਇਹ ਗਦੀ ਮੈਨੂੰ ਨਾ ਦੇਖਦੀ ਅਤੇ ਜੇ ਨਾ ਰੁਕਦੀ ਤੇ ਤੇਰੇ ਇਹ ਗਦੀ ਕਰਕੇ ਤੂੰ ਬਚ ਗਿਆ। ਸੋ ਕਹਿਣ ਦਾ ਮਤਲਬ ਸਾਨੂੰ ਕਈ ਵਾਰ ਸਾਡੇ ਨਾਲ ਰਹਿਣ ਵਾਲੇ ਲੋਕ ਬਚਾ ਲੈਂਦੇ, ਸਾਡੇ ਲਈ ਪ੍ਰਾਰਥਨਾ ਦੁਆਵਾਂ ਕਰਨ ਵਾਲੇ, ਜੋ ਸਾਨੂੰ ਸਹੀ ਰਾਹੇ ਦੱਸਣ ਵਾਲੇ, ਉਹ ਸਾਨੂੰ ਬਚਾ ਲੈਂਦੇ ਆ। ਸੋ ਸਾਨੂੰ ਆਪਣੇ ਅਗੂਆਂ ਦੀ ਵੀ ਸੁਣਨੀ ਚਾਹੀਦੀ। ਕਹਿੰਦਾ ਮਤਲਬ ਜੋ ਪਾਸਟਰ ਸਾਨੂੰ ਸਹੀ ਗਾਈਡ ਕਰ ਰਹੇ, ਪਰ ਬਚਨ ਨੂੰ ਵੀ ਦੇਖਣ ਦੀ ਲੋੜ ਆ ਕਿ ਯਾਰ ਅਸੀਂ ਕਿਤੇ ਇੱਦਾਂ ਦੀ ਭੀੜ ਤਾਂ ਨਹੀਂ ਚੜ੍ਹਾ ਰਹੇ ਕਿ ਯਾਰ ਪਰਮੇਸ਼ਵਰ ਦੇ ਰਾਜ ਦੇ ਵਿੱਚ ਤੁੱਛ ਹੋਵੇ, ਕਿ ਇੱਦਾਂ ਤਾਂ ਨਹੀਂ ਕਿ ਮੈਂ ਪਰਮੇਸ਼ਵਰ ਨੂੰ ਖਰੀਦਣਾ ਚਾਹ ਰਿਹਾ, ਜਿਸ ਤਰ੍ਹਾਂ
ਪਰਮੇਸ਼ਵਰ ਨੂੰ ਖਰੀਦਣਾ ਚਾਹ ਰਿਹਾ ਸੀ, ਜ਼ਬਰਦਸਤੀ ਬੁਲਾ ਰਿਹਾ ਸੀ ਉਹਦੇ ਕੋਲੋਂ। ਉਸੇ ਤਰ੍ਹਾਂ ਬਿਲਿਆਮ ਬਾਰ-ਬਾਰ ਜਦੋਂ ਪਰਮੇਸ਼ਵਰ ਨੇ ਇੱਕ ਵਾਰ ਮਨਾ ਕਰਤਾ, ਫਿਰ ਵੀ ਬਾਰ-ਬਾਰ ਪਰਮੇਸ਼ਵਰ ਦੇ ਕੋਲੇ ਜਾ ਕੇ ਦੁਹਾਈਆਂ ਦੇ ਰਿਹਾ। ਉਹ ਸਮਝ ਨਹੀਂ ਰਿਹਾ ਕਿ ਪਰਮੇਸ਼ਵਰ ਚਾਹੁੰਦਾ ਕੀ ਆ। ਸੋ ਅੱਗੇ ਮੈਂ ਤੁਹਾਨੂੰ ਬਾਈਬਲ ਦੇ ਵਿੱਚੋਂ ਹੀ ਦੱਸਣਾ ਚਾਹੁੰਦਾ ਹਾਂ। ਪਤਰਸ ਦੀ ਦੂਜੀ ਪੱਤਰੀ 2:12 'ਚ ਲਿਖਿਆ ਗਿਆ, ਪਰ ਇਹ ਲੋਕ ਉਹਨਾਂ ਪਸ਼ੂਆਂ ਦੀ ਨਿਆਈ ਹਨ ਜਿਹੜੇ ਅਸਲੋਂ ਬੁੱਧਹੀਨ ਹਨ ਅਤੇ ਸ਼ਿਕਾਰ ਕੀਤੇ ਜਾਣ ਅਤੇ ਨਸ਼ਟ ਹੋਣ ਲਈ ਉਤਪੰਨ ਹੋਏ ਹਨ। ਇਹਨਾਂ ਗੱਲਾਂ ਨੂੰ ਨਹੀਂ ਸਮਝਦੇ ਹਨ। ਇਹਨਾਂ ਦੇ ਵਿਖੇ ਕਫੂਰ ਬਕਦੇ ਹਨ। ਉਹਦੇ ਨਾਸ਼ ਕਰਨ ਨਾਲ ਆਪੇ ਨਾਸ਼ ਹੋਣਗੇ, ਕੁਧਰਮ ਕਰਕੇ ਕੁਧਰਮ ਦਾ ਫਲ ਭੋਗਣਗੇ। ਸੋ ਜਿਹੜੇ ਲੋਕ ਹੁਣ ਪਰਮੇਸ਼ਵਰ ਦੇ ਲੋਕਾਂ ਦੀਆਂ ਗੱਲਾਂ ਨੂੰ ਨਹੀਂ ਮੰਨਦੇ ਆ, ਮਤਲਬ ਪਰਮੇਸ਼ਵਰ ਦਾ ਵਚਨ ਦੱਸਦਾ ਆ ਕਿ ਇਹ ਲੋਕ ਜਿਸ ਤਰ੍ਹਾਂ ਹੁਣ ਮੁਰਗੀਆਂ ਧਰਤੀ 'ਤੇ ਬਹੁਤ ਆਪਾਂ ਲੋਕ ਵੱਢ ਕੇ ਖਾਈ ਜਾਂਦੇ, ਫਿਰ ਨਹੀਂ ਮੁੱਕਦੀਆਂ, ਫਿਰ ਆਈ ਜਾਂਦੀਆਂ। ਬੱਕਰੇ ਹੋ ਗਏ, ਮੁੱਕਦੇ ਨਹੀਂ ਹੈਗੇ, ਫਿਰ ਖਾਈ ਜਾਂਦੇ। ਖਾਣ ਵਾਲੇ ਤਾਂ ਸਾਰੇ ਆ, ਪਰ ਇੱਦਾਂ ਹੀ ਮਤਲਬ ਇਹਨਾਂ ਦੇ ਨਿਆਈ ਇਹ ਲੋਕ ਜੋ ਨਰਕ ਦੇ ਵਿੱਚ ਆ ਨਾ, ਜਿਸ ਸ਼ੈਤਾਨ ਦੀ ਪੂਜਾ ਕਰਦੇ ਆ। ਜਿੱਦਾਂ ਮਤਲਬ ਕਿ ਆਪਾਂ ਦੇਖ ਰਹੇ ਹਾਂ ਗਲਤ ਪਾਪ ਦੀ ਪੂਜਾ ਹੋ ਰਹੀ ਹੈ, ਪਾਪ ਦੇ ਪੰਨੇ ਓਪਨ ਵਾ, ਲੋਕ ਮੰਦਰਾਂ, ਗੁਰਦੁਆਰਿਆਂ, ਚਰਚਾਂ ਵਿੱਚ ਵੀ ਗਲਤ ਕੰਮ ਚੱਲਦੇ ਆ, ਠੀਕ ਆ। ਬਟ ਉਹ ਪਰਮੇਸ਼ਵਰ, ਉਹਨਾਂ ਨੂੰ ਐਂ ਲੱਗਦਾ ਕਿ ਪਰਮੇਸ਼ਵਰ ਸਾਨੂੰ ਕੁਝ ਨਹੀਂ ਕਹਿੰਦਾ। ਪਰਮੇਸ਼ਵਰ ਤੁਹਾਨੂੰ ਕਹੂੰਗਾ, ਕਿਉਂਕਿ ਤੁਹਾਨੂੰ ਤਾਂ ਪਰਮੇਸ਼ਵਰ ਉਦੋਂ ਕਹੂੰਗਾ ਨਾ ਜਦੋਂ ਤੁਹਾਡੀਆਂ ਅੱਖਾਂ ਖੁੱਲ੍ਹਣਗੀਆਂ। ਪਰਮੇਸ਼ਵਰ ਤਾਂ ਤੁਹਾਨੂੰ ਕਹੀ ਜਾਂਦਾ ਬਚਨ ਦੇ ਵਿੱਚ ਸਾਰਾ ਕੁਝ, ਤੁਹਾਨੂੰ ਤਾਂ ਕਹੀ ਜਾਂਦਾ ਸਾਰਾ ਕੁਝ, ਬਚ ਲਓ, ਮੈਂ ਤੁਹਾਨੂੰ ਐਂ ਕਰ ਦੂੰ, ਤੁਹਾਨੂੰ ਕਰੂਸ 'ਤੇ ਢੰਗਣਾ ਉਹਨੇ ਸਾਰਿਆਂ ਨੂੰ, ਜਿੰਨੇ ਪਾਪ ਕਰਦੇ ਤੁਸੀਂ, ਤੁਹਾਡਾ ਉਹ ਹਾਲ ਕਰਨਾ। ਪਰਮੇਸ਼ਵਰ ਨੇ ਤੁਹਾਨੂੰ ਉਲਟੇ ਕਰੂਸ 'ਤੇ ਟੰਗਣਾ ਆ। ਐਂਟੀ ਕ੍ਰਾਈਸਟ ਲੋਕੋ, ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਪਰਮੇਸ਼ਵਰ ਦੇ ਖਿਲਾਫ ਨਾ ਖੜੋ। ਉਹ ਪਰਮੇਸ਼ਵਰ ਦੇ ਦੂਤਾਂ ਦੀ ਗੱਲ ਮੰਨ ਲਓ, ਸੁਣ ਲਓ, ਮਨ ਫਰਾਓ, ਪਰਮੇਸ਼ਵਰ ਦੇ ਰਾਜ ਵੱਲ ਨੂੰ ਤੁਰ ਪਓ। ਹਰ ਪਾਪ ਛੱਡ ਦਿਓ, ਪਰਮੇਸ਼ਵਰ ਦੇ ਰਾਜ ਨੂੰ ਅਪਣਾ ਲਓ। ਪਰਮੇਸ਼ਵਰ ਦਾ ਜੋ ਵਚਨ ਸਾਨੂੰ ਦੱਸਦਾ ਹੈ ਉਹਨੂੰ ਸਮਝੋ। ਸੋ ਇਹ ਨਾ ਸੋਚੋ ਕਿ ਅਸੀਂ ਦਸ਼ਵੰਤ ਦੇ ਕੇ ਪਰਮੇਸ਼ਵਰ ਦੇ ਕ੍ਰੋਧ ਤੋਂ ਬਚ ਜਾਵਾਂਗੇ। ਕੁਝ ਲੋਕ ਅਜਿਹੇ ਨੇ, ਦਸ਼ਵੰਤ ਦਿੰਦੇ ਨੇ ਮੇਰਾ ਫੌਰਨ ਦਾ ਬਣ ਜਾਵੇ, ਦਸ਼ਵੰਤ ਦਿੰਦੇ ਨੇ ਮੈਨੂੰ ਜੋਬ ਮਿਲ ਜੇ, ਦਸ਼ਵੰਤ ਦਿੰਦੇ ਨੇ, ਉਹਨਾਂ ਦੇ ਮਨ ਦੇ ਵਿੱਚ ਲਾਲਚ ਵਾ। ਪਰਮੇਸ਼ਵਰ ਇਹਨਾਂ ਭੇਟਾਂ ਤੋਂ ਥੋੜ੍ਹਾ ਪ੍ਰਸੰਨ ਹੁੰਦਾ। ਪਰਮੇਸ਼ਵਰ ਨੇ ਸਪਸ਼ਟ ਲਫ਼ਜ਼ਾਂ ਵਿੱਚ ਕਿਹਾ ਆ। ਦਸ਼ਵੰਤ ਦਿੰਦੇ ਨੇ ਮੇਰਾ ਨਸ਼ਾ ਛੁੱਟ ਜੇ, ਦਸ਼ਵੰਤ ਦਿੰਦੇ ਨੇ ਮੈਨੂੰ ਫਲਾਨਾ ਮੇਰਾ ਕੰਮ ਬਣ ਜੇ। ਕਿਉਂ? ਪਰਮੇਸ਼ਵਰ ਦੀਆਂ ਜਿਹੜੀਆਂ ਦਿੱਤੀਆਂ ਚੀਜ਼ਾਂ ਉਹਨਾਂ ਵਾਸਤੇ ਨਹੀਂ ਤੁਸੀਂ ਧੰਨਵਾਦ ਕਰ ਸਕਦੇ ਪਰਮੇਸ਼ਵਰ ਦਾ। ਸੋ ਮੈਂ ਅੱਗੇ ਬਾਈਬਲ ਦੇ ਵਿੱਚੋਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ। ਲਿਖਿਆ ਗਿਆ ਪਰਮੇਸ਼ਵਰ ਦੇ ਯਾਕੂਬ ਦੀ 4:8 ਦੇ ਵਿੱਚ ਲਿਖਿਆ, ਪਰਮੇਸ਼ਵਰ ਦੇ ਨੇੜੇ ਜਾਓ ਤਾਂ ਉਹ ਨੇੜੇ ਆਵੇਗਾ। ਹੇ ਪਾਪੀਓ, ਆਪਣੇ ਹੱਥ ਸ਼ੁੱਧ ਕਰੋ ਅਤੇ ਹੇ ਦੋ ਚਿੱਤਰਿਓ ਆਪਣੇ ਦਿਲਾਂ ਨੂੰ ਪਵਿੱਤਰ ਕਰੋ। ਦੁਖੀ ਹੋਵੋ, ਸੋਗ ਕਰੋ ਅਤੇ ਰੋਵੋ। ਆਪਣਾ ਹਾਸਾ ਸੋਗ ਨਾਲ ਅਤੇ ਤੁਹਾਡਾ ਆਨੰਦ ਉਦਾਸੀ ਨਾਲ ਬਦਲ ਜਾਵੇਗਾ। ਪ੍ਰਭੂ ਦੇ ਅੱਗੇ ਨੀਵੇਂ ਬਣੋ ਤਾਂ ਉਹ ਤੁਹਾਨੂੰ ਉੱਚਾ ਕਰੇਗਾ। ਆਮੀਨ। ਸੋ ਬਚਨ ਸਾਨੂੰ ਦੱਸਦਾ ਹੈ ਕਿ ਪਰਮੇਸ਼ਵਰ ਦੇ ਅੱਗੇ ਪਾਪੀਆਂ ਨੂੰ ਕਹਿ ਰਿਹਾ, ਹੱਥ ਜੋੜੋ, ਆਪਣੇ ਸ਼ੁੱਧ ਹੱਥ ਲੈ ਕੇ ਜਾਓ। ਦੋ ਚਿੱਤੇ ਆਪਣੇ ਦੂਜੇ ਮਨ ਨੂੰ ਚੇਂਜ ਕਰ ਦਿਓ। ਆਪਣਾ ਜੋ ਪੁਰਾਣਾ ਇਨਸਾਨ ਆ ਉਸ ਨੂੰ ਕਰੂਸ 'ਤੇ ਟੰਗ ਜੋ। ਹਰ ਇੱਕ ਕਾਮਨਾ ਸੰਸਾਰ ਵੱਲੋਂ, ਲੋਕਾਂ ਨੂੰ ਗਲਤ ਨਿਗਾਹ ਨਾਲ ਦੇਖਣਾ, ਕੁੜੀਆਂ ਨੂੰ, ਬੁੜੀਆਂ ਨੂੰ, ਜਾਂ ਚੋਰੀਆਂ ਕਰਨਾ, ਲੜਾਈਆਂ ਝਗੜੇ, ਸਭ ਕੁਝ ਕਰੂਸ 'ਤੇ ਟੰਗ ਦਿਓ। ਇੱਕ ਚਿੱਤ ਬਣ ਜਾਓ, ਸਿਰਫ ਪਰਮੇਸ਼ਵਰ ਦੇ ਰਾਜ ਲਈ ਪਵਿੱਤਰ ਹੋ ਜਾਓ। ਪਰਮੇਸ਼ਵਰ ਦੀ ਆਰਾਧਨਾ ਕਰੋ, ਪਰਮੇਸ਼ਵਰ ਦਾ ਧੰਨਵਾਦ ਕਰੋ। ਉੱਠਦੇ ਬਹਿੰਦੇ ਪਰਮੇਸ਼ਵਰ ਨੇ ਕਦੋਂ ਸਾਡੇ ਤੋਂ ਜ਼ਿੰਦਗੀ ਖੋਹ ਲੈਣੀ ਉਹਦਾ ਕੁਛ ਪਤਾ ਨਹੀਂ ਹੈਗਾ। ਤਰਲੇ ਮਾਰੋ ਪਰਮੇਸ਼ਵਰ ਦੇ ਕੋਲ, ਉਹਨੂੰ ਕਹੋ ਕਿ ਪਰਮੇਸ਼ਵਰ ਬਾਕੀ ਭਰਾਵਾਂ ਨੂੰ ਵੀ ਬਚਾ, ਉਹਨਾਂ ਦੀਆਂ ਅੱਖਾਂ ਖੋਲ, ਉਹ ਦੇਖ ਸਕਣ ਤੇਰੇ ਸਵਰਗਦੂਤਾਂ ਨੂੰ, ਤੇਰੇ ਰਾਜ ਨੂੰ ਦੇਖ ਸਕਣ। ਪਰਮੇਸ਼ਵਰ, ਤੁਸੀਂ ਪਰਮੇਸ਼ਵਰ ਦੇ ਅੱਗੇ ਦੁਹਾਈਆਂ ਦਿਓ ਕਿ ਪਰਮੇਸ਼ਵਰ ਇਹ ਲੋਕ ਅੰਤ ਦੇ ਦਿਨਾਂ ਦੇ ਵਿੱਚ ਉਸ ਪਸ਼ੂਆਂ ਵਾਂਗੂ ਨਾ ਕੱਟੇ ਜਾਣ ਜਿਸ ਤਰ੍ਹਾਂ ਸ਼ੈਤਾਨ ਨੇ ਤੁਹਾਨੂੰ ਖਾਣਾ, ਸਾਰਿਆਂ ਤੁਹਾਡੀਆਂ ਰੂਹਾਂ ਨੂੰ। ਇੱਥੇ ਤੁਸੀਂ ਬੱਕਰਿਆਂ ਮੁਰਗਿਆਂ ਨੂੰ ਖਾਂਦੇ ਆ, ਸਾਨੂੰ ਇੱਦਾਂ ਲੱਗਦਾ ਕਿ ਜਿਸ ਤਰ੍ਹਾਂ ਵੀ ਇਹਨਾਂ ਦੀ ਕੋਈ ਮਤਲਬ ਵੈਲਿਊ ਨਹੀਂ ਹੈਗੀ। ਇਸ ਤਰ੍ਹਾਂ ਸ਼ੈਤਾਨ ਦੇ ਰਾਜ ਦੇ ਵਿੱਚ ਤੁਹਾਡੀ ਵੀ ਕਿਸੇ ਦੀ ਕੋਈ ਵੈਲਿਊ ਨਹੀਂ। ਸ਼ੈਤਾਨ ਨੇ ਤੁਹਾਨੂੰ ਇੱਦਾਂ ਹੀ ਖਾਣਾ ਆ, ਉੱਥੇ ਤੁਹਾਡੀ ਕੋਈ ਵੈਲਿਊ ਨਹੀਂ। ਆਪਾਂ ਵੈਲਿਊ ਵਾਲੇ ਬਣਨਾ, ਵੈਲਿਡ ਬਣਨਾ, ਪਰਮੇਸ਼ਵਰ ਦੇ ਬੰਦੇ ਬਣਨਾ। ਸਾਡੀ ਵੈਲਿਊ ਪਰਮੇਸ਼ਵਰ ਦੇ ਰਾਜ ਦੇ ਵਿੱਚ। ਸ਼ੈਤਾਨ ਸਾਨੂੰ ਖਾ ਨਿਗਲ ਜਾਊਗਾ, ਸਾਨੂੰ ਬਹੁਤ ਵੱਡੇ ਅੰਧਕਾਰ ਦੇ ਵਿੱਚ ਪਰਮੇਸ਼ਵਰ ਨੇ ਸੁੱਟ ਦੇਣਾ, ਸਾਨੂੰ ਉਹਦੇ ਹਵਾਲੇ ਕਰ ਦੇਣਾ। ਜਿਸ ਤਰ੍ਹਾਂ ਇੱਕ ਮਾਲਿਕ ਉਹਦਾ ਰੇਟ ਲਾ ਕੇ 120 ਰੁਪਏ ਦੀ 60 ਰੁਪਏ ਦੀ ਮੁਰਗੀ ਦੇਈ ਜਾਂਦਾ, ਇੱਦਾਂ ਬਕਾਇਦਾ। ਮਤਲਬ ਇਸੇ ਤਰ੍ਹਾਂ ਸ਼ੈਤਾਨ ਨੇ ਸਾਨੂੰ ਵੀ ਉਸ ਪਾਪ ਦੇ ਵਿੱਚ ਸੁੱਟਣਾ ਆ। ਤੁਸੀਂ ਨਾ ਜਾਓ, ਆਪਣੇ ਆਪ ਨੂੰ ਨਾ ਵੇਚੋ, ਪਰਮੇਸ਼ਵਰ ਦੇ ਲਹੂ ਦੇ ਖਰੀਦੇ ਹੋਏ ਲੋਕੋ ਵਾਪਸ ਆ ਜਾਓ। ਸੋ ਅੱਗੇ ਜੋ ਬਾਈਬਲ ਸਾਨੂੰ ਦੱਸਦੀ ਆ, ਯਾਕੂਬ ਅਧਿਆਏ
4:7 ਦੇ ਵਿੱਚ ਲਿਖਿਆ, ਪਰੰਤੂ ਤੁਸੀਂ ਪਰਮੇਸ਼ਵਰ ਦੇ ਅਧੀਨ ਹੋਵੋ ਪਰ ਸ਼ੈਤਾਨ ਦਾ ਸਾਹਮਣਾ ਕਰੋ ਤਾਂ ਤੁਹਾਡੇ ਕੋਲੋਂ ਭੱਜ ਜਾਵੇਗਾ। ਸੋ ਬਾਈਬਲ ਸਾਨੂੰ ਦੱਸਦੀ ਆ ਕਿ ਸ਼ੈਤਾਨ ਦਾ ਸਾਹਮਣਾ ਕਰੋ, ਸ਼ੈਤਾਨ ਦੀਆਂ ਗੱਲਾਂ ਨੂੰ ਸਮਝ ਲਓ ਤਾਂ ਸ਼ੈਤਾਨ ਨੇ ਤੁਹਾਡੇ ਕੋਲੋਂ ਦੂਰ ਹੋ ਜਾਣਾ। ਮਤਲਬ ਤੁਸੀਂ ਆਪਣੀਆਂ ਚੀਜ਼ਾਂ ਨੂੰ ਦੇਖੋ ਕਿ ਅਸੀਂ ਯਾਰ ਗਲਤ ਤਾਂ ਨਹੀਂ ਹੈ, ਤੁਸੀਂ ਉਸ ਇਨਸਾਨ ਵਰਗੇ ਨਾ ਬਣੋ ਜਿਹੜਾ ਪਹਿਲਾਂ ਘਰ ਦੇ ਵਿੱਚ ਆਉਂਦਾ ਆ ਕੇ ਸ਼ੀਸ਼ੇ ਦੇ ਮੂਹਰੇ ਖੜਦਾ, ਆਪਣਾ ਬਾਲ ਬੂਲ ਬਾਂਹਦਾ, ਸੁਰਖੀ ਬਿੰਦੀ ਲਾਉਂਦੀਆਂ ਤੇ ਮੁੜ ਕੇ ਆ ਕੇ ਫੇਰ ਦੇਖਦੀਆਂ, ਫਿਰ ਦੂਜੇ ਦਿਨ ਉੱਠ ਕੇ ਦੇਖਦੀਆਂ, ਬਾਰ-ਬਾਰ ਆਪਣੇ ਆਪ ਨੂੰ ਦੇਖੀ ਜਾਂਦੇ ਕਿ ਸਾਡੇ ਵਿੱਚ ਤੁਸੀਂ ਉਹੀ ਆ। ਫਿਰ ਵੀ ਆਪਣੇ ਆਪ ਨੂੰ ਪਹਿਚਾਣਦੇ ਨਹੀਂ, ਰੋਜ਼ ਸ਼ੀਸ਼ਾ ਦੇਖਦੇ ਫਿਰ ਵੀ ਆਪਣੇ ਆਪ ਨੂੰ ਤੁਸੀਂ ਪਹਿਚਾਣਦੇ ਨਹੀਂ ਹੈਗੇ। ਫਿਰ ਵੀ ਤੁਹਾਨੂੰ ਸ਼ੀਸ਼ੇ ਦੀ ਲੋੜ ਆ ਕਿ ਯਾਰ ਮੇਰੇ ਕੁਛ ਲੱਗਾ ਤਾਂ ਨਹੀਂ, ਜਾਂ ਕੁਛ ਵੀ ਮਤਲਬ ਸੰਸਾਰਿਕ ਤੌਰ 'ਤੇ ਮੈਂ ਤੁਹਾਨੂੰ ਦੱਸਦਾ, ਆਤਮਿਕ ਤੌਰ 'ਤੇ ਆਪਣੇ ਆਪ ਨੂੰ ਜਦੋਂ ਅਸੀਂ ਜਾਂਚ ਲਿਆ ਸਾਨੂੰ ਪਤਾ ਲੱਗ ਜਾਣਾ ਆ ਕਿ ਆਹ ਗਲਤ ਕੰਮ ਆ, ਮੈਂ ਪਹਿਚਾਣ ਲਿਆ ਆ। ਅਤੇ ਪਰਮੇਸ਼ਵਰ ਕਹਿੰਦਾ ਵੀ ਸ਼ੈਤਾਨ ਨੂੰ ਡਾਂਟ, ਗਲਤ ਚੀਜ਼ਾਂ ਨੂੰ, ਗਲਤ ਹਰਕਤਾਂ ਨੂੰ ਡਾਂਟ, ਤਾਂ ਉਹ ਤੁਹਾਡੇ ਤੋਂ ਦੂਰ ਚਲੀਆਂ ਜਾਣਗੀਆਂ। ਸੋ ਅੱਗੇ ਬਚਨ ਸਾਨੂੰ ਦੱਸਦਾ ਹੈ, ਪਰ ਪ੍ਰਕਾਸ਼ ਦੀ ਪੋਥੀ 2:14 'ਚ, ਪਰ ਤੂੰ ਵੀ ਤੇਰੇ ਉੱਤੇ ਮੈਨੂੰ ਥੋੜ੍ਹਾ ਬਹੁਤਾ ਗਿਲਾ ਹੈ ਭਾਈ। ਉੱਥੇ ਤੇਰੇ ਕੋਲ ਉਹ ਹਨ ਜਿਨ੍ਹਾਂ ਬਲਿਆਮ ਦੀ ਸਿੱਖਿਆ ਧਾਰੀ ਹੈ, ਜਿਨ੍ਹਾਂ ਬਲਾਕ ਨੂੰ ਸਿੱਖਿਆ ਦਿੱਤੀ, ਜੋ ਇਜ਼ਰਾਈਲ ਦੇ ਵੰਸ਼ ਦੇ ਅੱਗੇ ਠੇਡੇ ਲਾਉਣ ਵਾਲੀ ਵਸਤੂ ਸੁੱਟ ਦੇ ਭਾਈ, ਉਹ ਮੂਰਤੀਆਂ ਦੇ ਚੜਾਵੇ ਖਾਣਾ ਤੇ ਹਰਾਮ ਕਾਰੀਆਂ ਕਰਨ। ਮਤਲਬ ਅਜਿਹੇ ਪਾਸਟਰਾਂ ਬਾਰੇ, ਅਜਿਹੇ ਗ੍ਰੰਥੀਆਂ ਬਾਰੇ ਜੋ ਪਰਮੇਸ਼ਵਰ ਦੇ ਰਾਹ ਵਿੱਚ ਜਾਣ ਵਾਲੇ ਲੋਕਾਂ ਨੂੰ ਮਤਲਬ ਕੁਰਾਹੇ ਪਾ ਰਹੇ ਨੇ ਕਿ ਪੈਸਿਆਂ ਦੇ ਭੁੱਖੇ, ਤੇ ਉਹ ਮਤਲਬ ਕਿ ਉਹਨਾਂ ਨੂੰ ਇਹ ਨਹੀਂ ਦੱਸ ਰਹੇ ਕਿ ਤੁਸੀਂ ਪੈਸੇ ਨਾਲ ਪਰਮੇਸ਼ਵਰ ਨੂੰ ਪ੍ਰਸੰਨ ਨਹੀਂ ਕਰ ਸਕਦੇ। ਸੋ ਤੁਸੀਂ ਇਸ ਤੋਂ ਚੰਗਾ ਇਹੀ ਆ ਕਿ ਤੁਸੀਂ ਆਪਣੇ ਮਨ ਨੂੰ ਬਦਲਾਓ, ਇਹਨਾਂ ਵਰਗੇ ਬਣੋ, ਪਰਮੇਸ਼ਵਰ ਵਰਗੇ ਬਣੋ ਜੋ ਪਰਮੇਸ਼ਵਰ ਸਭ ਤੋਂ ਚਾਹੁੰਦਾ ਆ। ਉਹ ਕਹਿੰਦਾ, ਉਹ ਦੇਖੋ ਬਲਾਮ ਨੇ ਕੀ ਕੀਤਾ, ਉਹਨੇ ਦੱਸਤਾ, ਕਹਿੰਦਾ ਇਹਨਾਂ ਨੂੰ ਅਸ਼ੁੱਧ ਕਰਨ ਦੇ ਲਈ ਇਹਨਾਂ ਵਿੱਚ ਕਹਿੰਦਾ ਤੂੰ ਇਸਤਰੀਆਂ ਨੂੰ ਭੇਜ ਦੇ। ਇੱਕ ਮਤਲਬ ਰਾਹ ਦੇ ਵਿੱਚ ਰੋੜਾ ਸੁੱਟ ਦਿੱਤਾ ਇਸਰਾਈਲੀਆਂ ਨੂੰ ਅਸ਼ੁੱਧ ਕਰਨ ਦੇ ਲਈ, ਤਾਂ ਜੋ ਕਹਿੰਦਾ ਮੂਰਤੀ ਪੂਜਾ ਕਰੂੰਗੇ, ਪਰਮੇਸ਼ਵਰ ਇਹਨਾਂ ਤੋਂ ਪਰੇ ਹੋ ਜਾਊਗਾ, ਦੂਰ ਹੋ ਜਾਊਗਾ। ਸੋ ਅਸੀਂ ਦੇਖਣਾ ਹੈ ਕਿ ਯਾਰ ਸਾਨੂੰ ਪਾਸਟਰ ਜਾਂ ਨਬੀ ਜਾਂ ਕੁਛ ਵੀ ਕੋਈ ਬੰਦਾ ਵੀ ਸਾਨੂੰ ਗਲਤ ਗਾਈਡ ਤਾਂ ਨਹੀਂ ਕਰਦਾ ਕਿ ਉਹ ਸਾਨੂੰ ਇਹ ਤਾਂ ਨਹੀਂ ਕਹਿੰਦਾ ਹੈਗਾ ਤੂੰ ਦਸ਼ਵੰਤ ਦੇ ਤੇਰਾ ਬਚਾਅ ਹੋ ਜਾਣਾ ਹੈ। ਯਾਰ ਸਭ ਕੁਝ ਗਲਤ ਆ ਇਹ। ਤੁਸੀਂ ਦਸ਼ਵੰਤ ਵੀ ਦਿਓ, ਪਰਮੇਸ਼ਵਰ ਨੂੰ ਦਸ਼ਵੰਤ ਵੀ ਦਿਓ, ਕੋਈ ਗੱਲ ਨਹੀਂ, ਪਰ ਆਸ ਨਾ ਰੱਖੋ ਉਸ ਦਸ਼ਵੰਤ ਦੇ ਉੱਤੇ। ਤੁਸੀਂ ਇਹ ਨਾ ਸੋਚੋ ਕਿ ਪਰਮੇਸ਼ਵਰ ਨੇ ਸਾਨੂੰ ਸਾਡੇ ਦਸ਼ਵੰਤ ਦੇ ਨਾਲ ਬਲੈਸ ਕਰਨਾ, ਜਾਂ ਤੁਸੀਂ ਸੋਚੋ ਜੇ ਅਸੀਂ ਘਰ ਦੇ ਵਿੱਚੋਂ ਦਸ਼ਵੰਤ ਦਿੰਦੇ ਹਾਂ ਪਰਮੇਸ਼ਵਰ ਤੁਹਾਨੂੰ ਰੋਗ ਨਹੀਂ ਦਊਗਾ, ਜਾਂ ਤੁਸੀਂ ਸੋਚੋ ਕਿ ਹਾਂ ਪਰਮੇਸ਼ਵਰ ਸਾਨੂੰ ਦਸ਼ਵੰਤ ਦਿੰਦੇ ਆ, ਪਰਮੇਸ਼ਵਰ ਸਾਡੀ ਤਨਖਾਹ ਵਧਾਊਗਾ, ਸਾਨੂੰ ਜੋਬ ਦਊਗਾ, ਪਤਾ ਨਹੀਂ ਕੀ ਸੋਚਦੇ ਆ। ਪਰਮੇਸ਼ਵਰ ਯਾਰ ਇਹਨਾਂ ਚੀਜ਼ਾਂ ਵੱਲ ਥੋੜ੍ਹਾ ਜਾ ਰਿਹਾ। ਪਰਮੇਸ਼ਵਰ ਦਾ ਰਾਜ ਹੀ ਨਹੀਂ ਹੈਗਾ ਇਹ। ਪਰਮੇਸ਼ਵਰ ਦਾ ਰਾਜ ਦਾ ਆਤਮਿਕ ਗੱਲਾਂ ਆ, ਉਹਨੂੰ ਸਮਝੋ ਤੁਸੀਂ। ਉਹਦੇ ਵਿੱਚ ਤੁਹਾਨੂੰ ਨਾ ਤਾਂ ਧਨ ਦੇਣ ਦੀ ਲੋੜ, ਆਪਣੀ ਧਨ ਦੀ ਤਾਂ ਲੋੜ ਹੀ ਨਹੀਂ ਪਰਮੇਸ਼ਵਰ ਨੂੰ। ਜੇ ਧਨ ਦੀ ਲੋੜ ਪਰਮੇਸ਼ਵਰ ਤਾਂ ਤੁਹਾਡੇ ਨੋਟ ਤਾਂ 1 ਮਿੰਟ 'ਚ ਕਦੀ ਕੋਈ ਬਦਲ ਦਿੰਦਾ, ਕਦੀ ਕੋਈ। ਪਰਮੇਸ਼ਵਰ ਦੇ ਪੁਰਾਣੇ ਨੋਟ ਰੱਖ ਲਓ, ਦੇਖੋ ਪਰਮੇਸ਼ਵਰ, ਜੇ ਪਰਮੇਸ਼ਵਰ ਕੀ ਇਨਸਾਨ ਆ, ਤੁਸੀਂ ਪੁਰਾਣੇ ਨੋਟ ਨਹੀਂ ਲੈਂਦੇ ਹੈਗੇ ਕਿ ਉਹ ਤੁਹਾਨੂੰ ਪਤਾ ਲੱਗ ਗਿਆ ਬਦਲ ਗਏ ਆ। ਇਨਸਾਨ ਪਰਮੇਸ਼ਵਰ ਦੀ ਸੋਚ ਨੂੰ ਤਾਂ ਬਦਲ ਸਕਦਾ ਜੇ ਪਰਮੇਸ਼ਵਰ ਵਰਗੇ ਬਣੀਏ, ਨਹੀਂ ਤਾਂ ਪਰਮੇਸ਼ਵਰ ਦੀ ਸੋਚ ਸਿਰਫ ਇੱਕ ਵਾਰ ਆਪਣੀ ਸੋਚ ਨੂੰ ਬਦਲੋ, ਪਰਮੇਸ਼ਵਰ ਉੱਥੇ ਹੀ ਖੜਾ ਹੈ। ਤੁਸੀਂ ਆਪਣੇ ਪੈਸੇ ਨਾਲ ਪਰਮੇਸ਼ਵਰ ਨੂੰ ਖਰੀਦ ਨਹੀਂ ਸਕਦੇ, ਤੇ ਨਾ ਪਰਮੇਸ਼ਵਰ ਦੇ ਮਨ ਨੂੰ ਬਦਲ ਸਕਦੇ। ਹਾਂ ਪਰਮੇਸ਼ਵਰ ਦੀ ਇਹ ਜ਼ਰੂਰ ਆ ਕਿ ਹਾਂ ਤੁਹਾਨੂੰ ਦਾਨ ਵੀ ਕਰਨਾ ਚਾਹੀਦਾ, ਥੋੜ੍ਹਾ ਬਹੁਤਾ ਜੋ ਵੀ ਤੁਹਾਡਾ ਬਣਦਾ ਦਸ਼ਵੰਤ ਵੀ ਦਿਓ ਕਿ ਚਰਚ ਭਵਨ ਦੇ ਵਿੱਚ ਲੰਗਰ ਸੇਵਾ ਹੋ ਸਕੇ, ਜਾਂ ਕਿਸੇ ਗੁਰਦੁਆਰਾ ਮੰਦਿਰਾਂ ਦੇ ਵਿੱਚ ਵੀ ਚਲੋ ਥੋੜ੍ਹਾ ਬਹੁਤਾ ਚੱਲਦਾ ਰਹੇ। ਪਰ ਆਸ ਨਾ ਰੱਖੋ ਕਿ ਇਹ ਤੁਹਾਡਾ ਮਤਲਬ ਤੁਹਾਨੂੰ ਫਲਵੰਤ ਕਰੂੰਗਾ, ਤੁਹਾਨੂੰ ਸਵਰਗ 'ਚ ਨਹੀਂ ਲੈ ਕੇ ਜਾਣਾ ਇਹਨੇ। ਤੁਹਾਨੂੰ ਸਵਰਗ ਵਿੱਚ ਚੰਗੀਆਂ ਗੱਲਾਂ ਨੇ ਲੈ ਕੇ ਜਾਣਾ ਆ, ਤੁਹਾਡੇ ਚੰਗੇ ਵਿਅਕਤੀਗਤ ਨੇ। ਸੋ ਅੱਗੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਕਹਾਵਤਾਂ ਦੇ ਵਿੱਚ 23 ਆਇਤ ਦੇ ਵਿੱਚ ਲਿਖਿਆ, ਸੱਤ ਨੂੰ ਮੁੱਲ ਲੈ, ਉਹਨੂੰ ਵੇਚੀ ਨਾ, ਨਾਲੇ ਬੁੱਧ ਨੂੰ, ਸਿੱਖਿਆ ਨੂੰ ਅਤੇ ਸਮਝ ਨੂੰ ਵੀ। ਸੋ ਆਪਾਂ ਨੂੰ ਬਾਈਬਲ ਦੱਸਦੀ ਹੈ ਸੱਤ ਨੂੰ ਮੁੱਲ ਲੈ। ਸੱਤ ਕੀ ਹੈ? ਪ੍ਰਭੂ ਯਿਸੂ ਮਸੀਹ। ਉਹ ਆਪਾਂ ਉਹਨੂੰ ਮੁੱਲ ਲੈਣਾ ਆ, ਜੋ ਅਸੀਂ ਉਹਨੂੰ ਖਰੀਦਣਾ ਆ, ਯਿਸੂ ਮਸੀਹ ਨੂੰ, ਜੋ ਸਾਡੇ ਲਈ ਕਰੂਸ 'ਤੇ ਚੜ੍ਹਿਆ। ਖਰੀਦਣਾ ਮਤਲਬ ਅਸੀਂ ਉਹਦੇ ਵਿੱਚ ਜਾਣਾ ਆ, ਅਸੀਂ ਪਾਪ ਨੂੰ ਵੇਚ ਦੇਣਾ, ਪਾਪ ਨੂੰ ਕਰੂਸ 'ਤੇ ਚੜ੍ਹਾ ਦੇਣਾ ਆ। ਯਿਸੂ ਮਸੀਹ ਦੇ ਖਰੀਦੇ ਹੋਏ ਆ ਅਸੀਂ ਯਿਸੂ ਮਸੀਹ ਨੂੰ। ਜੇ ਯਾਰ ਆਪਾਂ ਨੂੰ ਉਹਨੂੰ ਖਰੀਦਣ ਦੇ ਲਈ ਆਪਾਂ ਨੂੰ ਬਲੀਦਾਨ ਦੇਣਾ ਪੈਣਾ, ਪਰਮੇਸ਼ਵਰ ਦੇ ਅੱਗੇ ਭੇਟਾ ਦੇਣੀ ਪੈਣੀ, ਆਪਣੀ ਪਾਪ ਨੂੰ ਕਰੂਸ 'ਤੇ ਚੜ੍ਹਾਉਣਾ ਪੈਣਾ ਆ, ਸਾਰੇ ਪਾਪਾਂ ਨੂੰ, ਤਾਂ ਜਾ ਕੇ ਸਾਨੂੰ ਸੱਤ ਮਿਲਣਾ ਆ, ਸੱਚਾਈ ਮਿਲਣੀ ਆ। ਪੈਸੇ ਨਾਲ ਨਹੀਂ ਖਰੀਦ ਹੋਣਾ ਯਿਸੂ ਮਸੀਹ, ਆਨੰਦਤਾ ਦੇ ਨਾਲ, ਪਰਮੇਸ਼ਵਰ ਦੀ ਭਰਪੂਰੀ ਦੇ ਨਾਲ, ਚੰਗਿਆਂ ਕੰਮਾਂ ਦੇ ਨਾਲ। ਪਰਮੇਸ਼ਵਰ ਕਹਿੰਦਾ ਵੀ ਮੂਰਤੀ ਪੂਜਾ ਛੱਡੋ। ਕਿਹੜੀ ਮੂਰਤੀ ਪੂਜਾ? ਤੁਸੀਂ ਸੰਸਾਰ ਦੇ ਦੇਵੀ ਦੇਵਤਿਆਂ ਦੇ ਉੱਤੇ ਜੋ ਤੁਸੀਂ ਆਹ ਸੋਚਦੇ ਨਾ 33 ਕਰੋੜ ਦੇਵੀ ਦੇਵਤੇ, ਜਾਂ ਉਹ ਵੀ ਜੋ ਤੁਹਾਨੂੰ ਉਹਨਾਂ ਦਾ ਪਹਿਲਾਂ ਇਤਿਹਾਸ ਜਾਣਨ ਦੀ ਲੋੜ ਆ, ਉਹ ਕੀ ਕਰਦੇ ਸੀ। ਫਿਰ ਤੁਹਾਨੂੰ ਇਹ ਲੱਗਣਾ ਚਾਹੀਦਾ ਕਿ ਯਾਰ ਇਹ ਗਲਤ ਆ ਕਿ ਸਹੀ ਆ, ਤੁਹਾਨੂੰ ਪਤਾ ਹੋਣਾ ਚਾਹੀਦਾ। ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਯਾਰ ਮੈਂ ਇਹਦੀ ਗਲਤ ਚੀਜ਼ ਦੇ ਪਿੱਛੇ ਫੋਲੋ ਕਰ ਰਿਹਾ, ਉਹ ਵੀ ਮੂਰਤੀ ਪੂਜਾ ਆ। ਠੀਕ ਆ, ਮੈਂ ਨਹੀਂ ਕਹਿੰਦਾ ਹੈਗਾ ਕਿ ਜੇ ਕੋਈ ਇਨਸਾਨ ਆ ਤੁਹਾਡੇ, ਤੁਸੀਂ ਉਸ ਇਨਸਾਨ ਦੇ ਤੁਹਾਨੂੰ ਪਤਾ ਉਹਦੇ ਗੁਨਾਹ ਪਾਪ ਪਤਾ, ਤੁਸੀਂ ਉਹਦੇ ਮਗਰ ਤੁਰੇ, ਉਹ ਵੀ ਮੂਰਤੀ ਪੂਜਾ ਆ। ਠੀਕ ਆ, ਬਹੁਤ ਚੀਜ਼ਾਂ ਆ। ਜੇ ਅਸੀਂ ਕਿਸੇ ਕੁੜੀ ਦੇ ਨਾਲ ਮਗਰ ਲੱਗੇ ਹਾਂ
ਸਾਨੂੰ ਪਤਾ ਹੈ ਆਪਣੇ ਮਾਂ-ਬਾਪ ਤੋਂ ਇੰਪੋਰਟੈਂਟ ਸਮਝਿਆ ਆ, ਪਰਮੇਸ਼ਵਰ ਤੋਂ ਵੀ ਇੰਪੋਰਟੈਂਟ ਸਮਝਿਆ ਉਹਨੂੰ, ਅਸੀਂ ਉਹਦੇ ਲਈ ਜਾਨ ਵੀ ਦੇ ਰਹੇ ਹਾਂ, ਉਹ ਵੀ ਮੂਰਤੀ ਪੂਜਾ ਆ। ਸੋ ਬਹੁਤ ਸਾਰੀਆਂ ਚੀਜ਼ਾਂ ਪਰਮੇਸ਼ਵਰ ਤੋਂ ਵੱਧ ਕੇ ਜਿਹੜੀ ਵੀ ਚੀਜ਼ ਨੂੰ ਅਸੀਂ ਮੰਨਦੇ ਹਾਂ ਉਹ ਮੂਰਤੀ ਪੂਜਾ ਆ। ਸੋ ਇਸ ਮੰਦਰ ਦੀਆਂ ਮੂਰਤੀਆਂ ਜੋ ਅਸੀਂ ਆਪਣੇ ਮਨ 'ਚ ਬਣਾਈਆਂ ਆ, ਜੋ ਸੰਸਾਰਿਕ ਪਿਆਰ, ਸੰਸਾਰਿਕ ਚੋਰੀ ਕਰਨਾ, ਝੂਠ ਬੋਲਣਾ, ਇਹ ਸਭ ਮੂਰਤੀਆਂ ਇਹਨਾਂ ਨੂੰ ਤੋੜ ਦਿਓ। ਝੂਠ ਬੋਲਣਾ, ਚੋਰੀ ਕਰਨਾ, ਵਿਚਾਰ ਕਰਨਾ, ਇਹ ਮੂਰਤੀਆਂ ਤੋੜਨੀਆਂ ਪੈਣੀਆਂ ਆ। ਆਏ ਨਾ ਮਗਰ ਨਾ ਲੱਗੇ ਰਹੋ ਕਿ ਹਾਂ ਮੰਦਰ 'ਚ ਨਹੀਂ ਮੈਂ ਰੋਟੀ ਨਹੀਂ ਖਾਣੀ, ਪ੍ਰਸ਼ਾਦ ਨਹੀਂ ਖਾਣਾ। ਉਹ ਤਾਂ ਸੰਸਾਰ ਦੀਆਂ ਚੀਜ਼ਾਂ ਆ, ਜਿੱਥੋਂ ਤੁਸੀਂ ਉਹ ਖਾ ਵੀ ਲਓਗੇ ਸ਼ਾਇਦ ਪਰਮੇਸ਼ਵਰ ਤੁਹਾਡੇ ਤੋਂ ਇੰਨਾ ਕ੍ਰੋਧਿਤ ਨਹੀਂ ਹੋਊਗਾ। ਪਰ ਤੁਸੀਂ ਪਹਿਲਾਂ ਚੋਰੀ ਕਰਨਾ ਛੱਡੋ, ਵਿਚਾਰ ਕਰਨਾ ਛੱਡੋ, ਠੀਕ ਆ, ਝੂਠ ਬੋਲਣਾ ਛੱਡੋ, ਪਰਮੇਸ਼ਵਰ ਦੇ ਰਾਜ ਨੂੰ ਅਪਣਾਓ। ਇਹ ਮੂਰਤੀ ਪੂਜਾ ਛੱਡੋ, ਤੁਸੀਂ ਉਹਦੀ ਨਾ ਗੱਲ ਕਰੋ, ਉਹ ਤੁਹਾਡੇ ਤੋਂ ਆਪਣੇ ਆਪ ਹੀ ਛੁੱਟ ਜਾਣੀ ਹੈ। ਜਦੋਂ ਤੁਸੀਂ ਇਹ ਛੱਡਦੀਆਂ, ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਮੈਂ ਗਲਤ ਬੰਦੇ ਨੂੰ, ਗਲਤ ਚੀਜ਼ ਨੂੰ ਫੋਲੋ ਕਰਦਾ, ਮੈਂ ਗਲਤ ਬੰਦੇ ਦੇ ਨਾਲ ਬੈਠ ਕੇ ਰੋਟੀ ਖਾਂਦਾ ਜਾਂ ਸਹੀ ਦੇ ਨਾਲ। ਤੁਹਾਨੂੰ ਪਤਾ ਲੱਗ ਜਾਣਾ ਪਰਮੇਸ਼ਵਰ ਨੇ ਤੁਹਾਡੀਆਂ ਆਪ ਛਡਵਾਉਣੀਆਂ, ਤੁਹਾਡੀ ਬੁੱਧੀ ਕਨਵਰਟ ਹੋਣੀ ਜਦੋਂ। ਸੋ ਲਿਖਿਆ ਗਿਆ ਕਿ ਯਹੂਦਾ ਇਸਕਰਿਓਤੀ ਨੇ ਜੋ ਯਿਸੂ ਮਸੀਹ ਇੰਨਾ ਚਿਰ ਉਹਦੇ ਨਾਲ ਰਿਹਾ, ਉਹਨੂੰ ਵੇਚ ਦਿੱਤਾ ਉਹਨੇ ਕੁਝ ਕੁ ਪੈਸਿਆਂ ਲਈ, ਜਿਸ ਤਰ੍ਹਾਂ ਬਿਲਾਮ ਨੇ ਕੀਤਾ। ਹੁਣ ਪਰਮੇਸ਼ਵਰ ਦਾ ਸੌਦਾ ਕਰ ਰਿਹਾ, ਉਹ ਸੋਚ ਰਿਹਾ ਕਿ ਮੈਂ ਪਰਮੇਸ਼ਵਰ ਦਾ ਸ਼ਾਇਦ ਮਨ ਨਹੀਂ ਬਦਲਦਾ, ਮੈਂ ਥਾਂ ਤੇ ਜਾ ਕੇ ਜਗਵੇਦੀਆਂ ਬਣਾ ਰਿਹਾ। ਉਹ ਪਰਮੇਸ਼ਵਰ ਵੀ ਮੈਨੂੰ ਕਵੇ ਇਹਨਾਂ ਨੂੰ ਮੈਂ ਅਗੰਬਾ ਇਹ ਕਰਾਂ ਕਿ ਇਹ ਇਹਨਾਂ ਦੀਆਂ ਬਦਦੁਆਵਾਂ ਦੇਵਾਂ। ਪਰ ਉਹ ਜਦੋਂ ਪਰਮੇਸ਼ਵਰ ਦਾ ਸੱਚਾ ਹੈ ਤਾਂ ਪਰਮੇਸ਼ਵਰ ਸੱਚੇ ਲੋਕਾਂ ਦੀ ਹੀ ਖਬਰ ਲਾਉਂਗਾ, ਝੂਠਿਆਂ ਦੀ ਥੋੜ੍ਹਾ। ਸੋ ਸੇਮ ਯਹੂਦਾ ਇਸਕਰਿਓਤੀ ਨੇ ਪਰਮੇਸ਼ਵਰ ਨੂੰ, ਜੋ ਬੁੱਧੀ ਨਾਲ ਭਰਪੂਰ ਸੀ, ਯਿਸੂ ਮਸੀਹ ਉਹਨੂੰ ਵੇਚਦਾ, ਸਿੱਖਿਆ ਨਾਲ ਭਰਪੂਰ ਸੀ, ਸਮਝ ਨਾਲ ਭਰਪੂਰ ਸੀ, ਉਹਨੂੰ ਵੇਚਦਾ, ਫਿਰ ਬਾਅਦ 'ਚ ਪਛਤਾਇਆ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਯਿਸੂ ਮਸੀਹ ਨੂੰ ਵੇਚੋ ਨਾ। ਪਾਪ ਦੇ ਵਿੱਚ ਜਿਹੜਾ ਵੀ ਬੰਦਾ ਜਾਂਦਾ ਆ, ਜੋ ਵੀ ਗੁਨਾਹ ਕਰਦਾ, ਗਲਤ ਕੰਮ ਕਰਦਾ, ਉਹ ਯਿਸੂ ਮਸੀਹ ਨੂੰ ਵੇਚ ਦਿੰਦਾ ਹੈ, ਯਿਸੂ ਮਸੀਹ ਦਾ ਇਨਕਾਰ ਕਰਦਾ। ਸੋ ਇਹ ਨਾ ਸੋਚੋ ਪਰਮੇਸ਼ਵਰ ਤੁਹਾਨੂੰ ਕੁਝ ਨਹੀਂ ਕਹੇਗਾ। ਪਰਮੇਸ਼ਵਰ ਬਹੁਤ ਹੀ ਕ੍ਰੋਧਿਤ ਆ, ਉਹਦੇ ਕ੍ਰੋਧ ਨੂੰ ਪਛਾਣੋ। ਤੁਸੀਂ ਡਰੋ, ਪਰਮੇਸ਼ਵਰ ਤੋਂ ਡਰੋ। ਡਰਨ ਦੀ ਲੋੜ, ਅੱਜ ਪਰਮੇਸ਼ਵਰ ਤੋਂ ਡਰਨ ਦੀ ਲੋੜ। ਜਿੰਨਾ ਚਿਰ ਤੁਸੀਂ ਡਰਦੇ ਨਹੀਂ, ਉਨਾ ਚਿਰ ਤੁਸੀਂ ਸਿੱਧੇ ਰਾਹੇ ਨਹੀਂ ਜਾਣਾ। ਸ਼ੁਕਰ ਕਰੋ ਪਰਮੇਸ਼ਵਰ ਡਾਂਗ ਨਹੀਂ ਮਾਰਦਾ, ਪਰ ਤੁਹਾਨੂੰ ਪਤਾ ਨਹੀਂ ਲੱਗਦਾ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਜੋ ਕਰੋਨਾ ਵਾਇਰਸ ਹੈ, ਇਹ ਵੀ ਪਰਮੇਸ਼ਵਰ ਦੀ ਇੱਕ ਡਾਂਗ ਆ ਕਿ ਆਪਣੇ ਲੋਕਾਂ ਨੂੰ ਉਹ ਸ਼ੈਤਾਨ ਤੋਂ ਬਚਾ ਸਕੇ। ਘਰਾਂ ਦੇ ਵਿੱਚ ਬਹਿ ਜਾਓ ਆਰਾਮ ਨਾਲ, ਦਾਰੂ ਦੀਆਂ ਦੁਕਾਨਾਂ ਬੰਦ ਆ, ਬਹੁਤੀ ਕੋਸ਼ਿਸ਼ ਨਾ ਕਰੋ ਦਾਰੂ ਪੀਣ ਦੀ। ਇਹ ਇੱਕ ਨਸ਼ਾ ਪਰਮੇਸ਼ਵਰ ਨੇ, ਸ਼ੈਤਾਨ ਦੀ ਚਾਲ ਦੀ ਹੈ ਜੋ ਸਾਨੂੰ ਵਿਗਾੜਨ ਦੀ, ਉਹਨੂੰ ਬੰਦ ਕਰਵਾਇਆ। ਜੋ ਹੋਰ ਲੋਕ, ਪੰਜਾਬ ਦੇ ਬਹੁਤ ਸਾਰੇ ਲੋਕ ਚਿੱਟੇ ਦੇ ਵਿੱਚ ਮਰ ਰਹੇ ਸੀ, ਉਹ ਵੀ ਬੰਦ ਹੋ ਗਏ, ਚਿੱਟਾ ਬੰਦ ਹੋ ਗਿਆ। ਸੋ ਅਜਿਹੇ ਵਪਾਰ ਬੰਦ ਹੋ ਗਏ, ਗਲਤ ਜਿਸਮਾਂ ਦੇ ਵਪਾਰ ਪਰਮੇਸ਼ਵਰ ਨੇ ਬੰਦ ਕਰਾਤੇ। ਸਮਾਜਿਕ ਸਕੂਲਾਂ ਦੇ ਵਿੱਚ ਗਲਤ ਕੰਮ ਚੱਲ ਰਿਹਾ ਸੀ, ਪਰਮੇਸ਼ਵਰ ਨੇ ਬੰਦ ਕਰਾਤੇ। ਸ਼ੈਤਾਨ ਦੇ ਸਾਰੇ ਧੰਦੇ, ਅਪੋਰਸ਼ਨ ਹੋ ਰਿਹਾ ਸੀ, ਕੁੜੀਆਂ ਅਬੋਰਸ਼ਨ ਕੁੜੀਆਂ ਦਾ ਕਰਾ ਰਹੇ ਸੀ, ਮਤਲਬ ਕੱਢ ਕੇ ਸੁੱਟ ਰਹੇ ਕੁੜੀਆਂ ਨੂੰ, ਉਹ ਵੀ ਪਰਮੇਸ਼ਵਰ ਨੇ ਬੰਦ ਕਰਾਤਾ। ਠੀਕ ਆ, ਇੱਥੇ ਤੱਕ ਲੜਾਈਆਂ, ਝਗੜੇ, ਚੋਰੀਆਂ, ਠੀਕ ਆ, ਕਤਲ, ਸਭ ਕੁਝ ਪਰਮੇਸ਼ਵਰ ਨੇ ਬੰਦ ਕਰਾਇਆ। ਕੁਛ ਟਾਈਮ ਲਈ ਕਰਾਇਆ। ਘਰ ਬੈਠ ਕੇ ਵਿਰਲਾਪ ਕਰੋ, ਪਰਮੇਸ਼ਵਰ ਦੇ ਅੱਗੇ ਰੋਵੋ, ਕੁਰਲਾਵੋ, ਸੱਚ ਦੇ ਮਾਰਗ ਨੂੰ ਲੱਭੋ, ਤਾਂ ਜੋ ਪਰਮੇਸ਼ਵਰ ਤੁਹਾਡੇ ਉੱਤੇ ਦਇਆ ਕਰੇ। ਸੋ ਅੱਗੇ ਵਚਨ ਦੇ ਵਿੱਚ ਲਿਖਿਆ, ਗਿਣਤੀ 23 ਆਇਤ ਦੇ ਵਿੱਚ, ਜੋ ਬਿਲਾਮ ਨਬੀ ਨੇ ਭਵਿੱਖਬਾਣੀ ਕੀਤੀ ਸੀ, ਅਗੰਬਾ ਕੀਤਾ। ਯਾਕੂਬ ਉੱਤੇ ਜਾਦੂ ਨਹੀਂ ਚੱਲਦਾ, ਨਾ ਇਜ਼ਰਾਈਲ ਉੱਤੇ ਹਾਲ। ਹੁਣ ਯਾਕੂਬ ਇਜ਼ਰਾਈਲ ਵਿਖੇ ਆਖਿਆ ਜਾਵੇਗਾ, ਪਰਮੇਸ਼ਵਰ ਨੇ ਕੀ ਕੀਤਾ। ਪਰਮੇਸ਼ਵਰ ਨੇ ਕੀ ਕੀਤਾ, ਮਤਲਬ ਇਹ ਬਚਨ ਸਾਨੂੰ ਦੱਸਦਾ ਹੈ, ਜੋ ਬਿਲਾਮ ਨਬੀ ਨੇ ਹੀ ਇਹ ਅਗੰਬਾ ਕੀਤਾ ਕਿ ਯਾਕੂਬ ਦੇ ਘਰਾਣੇ ਦੇ ਸਾਡੇ ਉੱਤੇ, ਮਤਲਬ ਕਿ ਕੋਈ ਵੀ ਪਰਮੇਸ਼ਵਰ ਦਾ ਸੱਚਾ ਬੰਦਾ ਉੱਤੇ ਜਾਦੂ ਟੂਣਾ ਨਹੀਂ ਚੱਲਣਾ। ਤੁਸੀਂ ਡਰੋ ਨਾ ਸੰਸਾਰ ਦੀਆਂ ਚੀਜ਼ਾਂ ਤੋਂ, ਆਪਣਾ ਮਨ ਲਾ ਕੇ ਪਰਮੇਸ਼ਵਰ ਦੇ ਮਗਰ ਚੱਲਦੇ ਰਹੋ। ਸੋ ਅੱਗੇ ਆਪਾਂ ਪੜ੍ਹਦੇ ਹਾਂ, ਲਾਸਟ ਲਾਈਕ ਪੜ੍ਹਨਾ ਚਾਹੁੰਦਾ ਹਾਂ ਪਤਰਸ ਦੀ ਦੂਜੀ ਪੱਤਰੀ ਦੇ ਵਿੱਚੋਂ। ਪਰ ਬਹੁਤ ਕਰਕੇ ਉਹਨਾਂ ਨੂੰ ਜਿਹੜੇ ਸਰੀਰ ਦੇ ਅਨੁਸਾਰ ਗੰਦੀ ਕਾਮਨਾ ਵਿੱਚ ਚੱਲਦੇ ਹਨ ਅਤੇ ਹਕੂਮਤਾਂ ਨੂੰ ਤੁੱਛ ਜਾਣਦੇ ਹਨ, ਢੀਠ ਅਤੇ ਮਨਮਤੀਏ ਹਨ ਅਤੇ ਪ੍ਰਤਾਪ ਵਾਲਿਆਂ ਦੀ ਨਿੰਦਿਆ ਕਰਨੋਂ ਨਹੀਂ ਡਰਦੇ, ਭਾਵੇਂ ਦੂਤ ਜਿਹੜੇ ਬਲ ਅਤੇ ਸਾਮਰਥਾਂ ਵਿੱਚ ਉਹਨਾਂ ਨਾਲੋਂ ਵੱਡੇ ਹਨ, ਮਿਹਣਾ ਮਾਰ ਕੇ ਪ੍ਰਭੂ ਅੱਗੇ ਉਹਨਾਂ ਉੱਤੇ ਦੋਸ਼ ਨਹੀਂ ਲਾਉਂਦੇ। ਪਰ ਇਹ ਲੋਕ ਉਹਨਾਂ ਪਸ਼ੂਆਂ ਦੀ ਨਿਆਈ ਹਨ ਜਿਹੜੇ ਅਸਲੋਂ ਬੁੱਧਹੀਨ ਹਨ ਅਤੇ ਸ਼ਿਕਾਰ ਕੀਤੇ ਜਾਣ ਅਤੇ ਨਸ਼ਟ ਹੋਣ ਲਈ ਉਤਪੰਨ ਹੋਏ ਹਨ, ਜਿਨ੍ਹਾਂ ਗੱਲਾਂ ਨੂੰ ਨਹੀਂ ਸਮਝਦੇ, ਉਹਨਾਂ ਦੇ ਵਿਖੇ ਕਫਰ ਬਕਦੇ ਹਨ, ਉਹਨਾਂ ਦੇ ਨਾਸ਼ ਕਰਨ ਲਈ ਆਪੇ ਨਾਸ਼ ਹੋਣਗੇ ਅਤੇ ਕੁਧਰਮ ਕਰਕੇ ਕੁਧਰਮ ਦਾ ਫਲ ਭੋਗਣਗੇ। ਹਾਲੇਲੂਇਆ। ਸੋ ਪਰਮੇਸ਼ਵਰ ਦਾ ਵਚਨ ਸਾਨੂੰ ਦੱਸਦਾ ਹੈ ਸਰੀਰ ਦੇ ਅਨੁਸਾਰ ਗੰਦੀਆਂ ਕਾਮਨਾ ਵਿੱਚ ਚੱਲਦੇ ਲੋਕਾਂ ਬਾਰੇ, ਹਕੂਮਤਾਂ ਵਿੱਚ ਜੋ ਫਸੇ ਹੋਏ ਆ, ਢੀਠ ਮਨਮਤੀਏ, ਮਤਲਬ ਕਿ ਗਲਤ ਕੰਮ ਵਿੱਚ ਚੱਲਣ ਵਾਲੇ ਸਾਰੇ ਲੋਕਾਂ ਬਾਰੇ। ਇੱਥੇ ਤੱਕ ਕਿ ਪਰਮੇਸ਼ਵਰ ਕਹਿੰਦਾ ਨਿੰਦਿਆ ਕਰਨੋਂ ਨਹੀਂ ਡਰਦੇ ਇਹ ਲੋਕ, ਮਤਲਬ ਕਿ ਮੇਰੀ ਪਰਮੇਸ਼ਵਰ ਦੇ ਬੰਦਿਆਂ ਦੀ ਨਿੰਦਿਆ ਕਰਨੋਂ ਨਹੀਂ ਡਰਦੇ।
ਸੱਚੇ ਲੋਕਾਂ ਨੂੰ ਪਛਾਣਨਾ ਚਾਹੀਦਾ, ਕੌਣ ਸੱਚਾ ਤੇ ਕੌਣ ਬਲਿਆਮ ਵਰਗੇ ਨਬੀ ਆ, ਤੇ ਕੌਣ ਕੇਨ ਵਰਗੀਆਂ ਭੇਟਾਂ ਲੈ ਕੇ ਆ ਰਿਹਾ ਆ, ਠੀਕ ਆ, ਕੌਣ ਯਹੂਦਾ 134 ਵਰਗਾ ਜੋ ਪਰਮੇਸ਼ਵਰ ਨੂੰ ਵੇਚ ਰਿਹਾ ਆ। ਸਾਨੂੰ ਸਮਝਣ ਦੀ ਲੋੜ ਆ। ਸੋ ਬਚਨ ਸਾਨੂੰ ਦੱਸਦਾ ਹੈ ਧੰਨਵਾਦ ਦੀ ਭੇਟ ਲੈ ਕੇ ਜਾਓ, ਧੰਨਵਾਦ ਪਰਮੇਸ਼ਵਰ ਦਾ ਕਰੋ। ਸੋ ਸਾਨੂੰ ਚਾਹੀਦਾ ਹੈ ਕਿ ਪਰਮੇਸ਼ਵਰ ਦੇ ਅਧੀਨ ਪਰਮੇਸ਼ਵਰ ਦੀ ਵਡਿਆਈ ਕਰਨੀ, ਤਾਂ ਬਚਣਾ, ਤਾਂ ਸੱਚੇ ਬਣੋ। ਸੋ ਪਰਮੇਸ਼ਵਰ ਦਾ ਵਚਨ ਕਹਿੰਦਾ ਜੋ ਦੂਤਾਂ ਦੀ ਗੱਲ ਕਰਦਾ ਤੇ ਭਾਵੇਂ ਦੂਤ ਬਲ ਅਤੇ ਸਾਮਰਥ ਵਿੱਚ ਉਹਨਾਂ ਨਾਲੋਂ ਵੱਡੇ ਹਨ, ਮਿਹਣਾ ਮਾਰ ਕੇ ਪ੍ਰਭੂ ਦੇ ਅੱਗੇ ਉਹਨਾਂ 'ਤੇ ਦੋਸ਼ ਨਹੀਂ ਲਾਉਂਦੇ। ਇਨਸਾਨਾਂ ਦੇ ਖਿਲਾਫ ਬੋਲਦਾ ਦੂਤ, ਮਤਲਬ ਗੱਲ ਹੋਈ ਹੈ ਕਿ ਜਾਣੀ ਕਿ ਇਨਸਾਨਾਂ ਨਾਲੋਂ ਕਿਤੇ ਵੱਡੇ ਆ ਦੂਤ, ਫਿਰ ਵੀ ਉਹ ਪਰਮੇਸ਼ਵਰ ਦੇ ਅੱਗੇ ਕੋਈ ਮਿਹਣਾ ਨਹੀਂ ਮਾਰਦੇ ਹੈਗੇ। ਪਰਮੇਸ਼ਵਰ ਨੂੰ ਇਹ ਨਹੀਂ ਕਹਿੰਦੇ ਕਿ ਜਿੱਦਾਂ ਅਸੀਂ ਤਾਂ ਮਾੜੀ ਜਿਹੀ ਕੋਈ ਗਲਤੀ ਕਰ ਲੈਂਦਾ ਅਸੀਂ ਉੱਤੇ ਆ ਫਲਾਨਾ ਨਾਲ ਤਾਂ ਐਂ ਕਰਤਾ ਤੇ ਮਘਾਨਾ, ਇਹ ਨਹੀਂ ਆ ਇਹਨਾਂ ਦਾ ਆਪਣਾ ਰੱਬ ਪੰਜਾਬ 'ਚ ਜਨਮ ਲਿਆ ਇਹ, ਤੇ ਹੁਣ ਲੱਗਿਓ ਆ ਯਿਸੂ ਮਸੀਹ ਬਾਰੇ, ਇਜ਼ਰਾਈਲ ਦੇ, ਉਹ ਅੰਗਰੇਜ਼ਾਂ ਦੇ ਗੁਰੂ ਬਾਰੇ ਪਤਾ ਨਹੀਂ ਕੀ ਬੋਲਦੇ ਆ। ਉਹ ਬਚਨ ਦੱਸਦਾ ਹੈ ਕਿ ਤੁਸੀਂ ਇਹ ਨਾ ਸੋਚੋ ਕਿ ਕਿਹੜਾ ਗੁਰੂ ਕਿੱਥੋਂ ਆਇਆ, ਕੌਣ ਸੀ, ਕਿੱਥੇ ਜਨਮੇ, ਤੁਹਾਨੂੰ ਖੁਦ ਦਾ ਨਹੀਂ ਪਤਾ ਹੈਗਾ ਤੁਸੀਂ ਕੌਣ ਵਾ। ਸਾਰੇ ਅਸੀਂ ਇਨਸਾਨ ਆ, ਸਾਡੀ ਕੋਈ ਧਰਤੀ ਨਹੀਂ, ਸਾਡੀ ਇੱਕ ਪਰਮੇਸ਼ਵਰ ਦੀ ਸੱਚੀ ਧਰਤੀ ਉਹ ਜਿੱਥੇ ਪਰਮੇਸ਼ਵਰ ਨੇ ਸਾਨੂੰ ਲੈ ਕੇ ਜਾਣਾ। ਅਸੀਂ ਹਜੇ ਮਿਸਰ ਮਤਲਬ ਪਾਪ ਦੇ ਵਿੱਚ ਆ। ਪਰਮੇਸ਼ਵਰ ਸਾਨੂੰ ਬਲਵੰਤ ਕੌਮਾਂ ਤੋਂ ਛੁਡਾਉਣ ਆਇਆ, ਸੰਸਾਰ ਦੀਆਂ ਬਲਵੰਤ ਕੌਮਾਂ, ਕਾਮ, ਕ੍ਰੋਧ, ਮੋਹ, ਹੰਕਾਰ, ਝੂਠੇ ਦੇਵਤਿਆਂ ਦੀ ਪੂਜਾ, ਝੂਠ ਦੇ ਵਿੱਚ ਫਸਣਾ, ਸਾਰੀਆਂ ਗੰਦੀਆਂ ਕਾਮਨਾਵਾਂ ਤੋਂ ਬਚਾਉਣ ਆਇਆ। ਪਰਮੇਸ਼ਵਰ ਕਹਿੰਦਾ ਤੁਸੀਂ ਕਿਸੇ ਤੇ ਦੋਸ਼ ਨਾ ਲਾਓ। ਸੱਚਾਈ ਵਾਲੇ ਲੋਕਾਂ ਦੇ ਇੱਥੇ ਤੱਕ ਕਿ ਸਵਰਗਦੂਤ ਤਾਂ ਡਰਦੇ ਆ ਉਂਗਲਾਂ ਚੱਕਣ ਤੋਂ, ਉਹ ਇਨਸਾਨਾਂ ਦੇ ਦੋਸ਼ ਨਹੀਂ ਲਾਉਂਦੇ ਕਿ ਭਾਵੇਂ ਸਾਡੇ ਤੋਂ ਤਕੜੇ ਆ ਉਹ। ਸੋ ਪਰਮੇਸ਼ਵਰ ਦਾ ਵਚਨ ਸਾਨੂੰ ਦੱਸਦਾ ਕਿ ਕੁਝ ਲੋਕ ਅਜਿਹੇ ਨੇ ਜੋ ਧਰਤੀ 'ਤੇ ਕਾਮ, ਕ੍ਰੋਧ, ਮੋਹ, ਹੰਕਾਰ 'ਚ ਫਸੇ ਆ, ਅਤੇ ਉਹ ਇੱਕ ਦਿਨ ਮਰ ਜਾਂਦੇ ਆ। ਮਤਲਬ ਉਹਨਾਂ ਮੁਰਗਿਆਂ ਵਰਗੇ ਹੋਏ ਜਿਹੜੇ ਮਤਲਬ ਸਿਰਫ ਉਹਨਾਂ ਦਾ ਜਨਮ ਹੀ ਮੁਰਗੀ ਕੜਾਹੀ ਦੇ ਵਿੱਚ ਬਣਨ ਲਈ ਹੋਇਆ ਵਾ, ਇੱਕ ਇਨਸਾਨ ਦੀ ਖੁਰਾਕ ਬਣਨ ਦੇ ਲਈ। ਅਸੀਂ ਕਿਸੇ ਸ਼ੈਤਾਨ ਦੀ ਖੁਰਾਕ ਨਹੀਂ ਬਣਨਾ, ਅਸੀਂ ਪਰਮੇਸ਼ਵਰ ਦੇ ਲੋਕ ਹਾਂ। ਅਸੀਂ ਉਸ ਧਰਤੀ 'ਤੇ ਜਾਣਾ ਜੋ ਪਰਮੇਸ਼ਵਰ ਨੇ ਸਾਡੇ ਲਈ ਬਣਾਈ ਆ, ਸੱਚ ਦੀ ਧਰਤੀ 'ਤੇ ਜਾਣਾ। ਸੋ ਸਾਰੇ ਭਰਾਵਾਂ ਨੂੰ ਜੈ ਮਸੀਹ ਦੀ, ਇਸ ਵਚਨ ਨੂੰ ਫੋਲੋ ਕਰਨਾ ਅਤੇ ਇਸ ਵਚਨ 'ਤੇ ਚੱਲਣਾ। ਸੋ ਮੈਂ ਵਿਸ਼ਵਾਸ ਕਰਦਾ ਕਿ ਅੱਜ ਦਾ ਵਚਨ ਤੁਹਾਡੀ ਜ਼ਿੰਦਗੀ ਦੇ ਵਿੱਚ 100 ਗੁਣਾ ਫਲ ਲੈ ਕੇ ਆਵੇਗਾ। ਜੋ ਕੁਝ ਜਨ ਇਸ ਵਚਨ 'ਤੇ ਚੱਲੇਗਾ ਉਹ ਉਸਦੇ ਚੱਲਣ ਦੇ ਦੁਆਰਾ ਹੀ ਉਸਦਾ ਘਰਾਣਾ ਬਚਾਇਆ ਜਾਵੇਗਾ। ਮੈਂ ਵਿਸ਼ਵਾਸ ਕਰਦਾ ਕਿ ਸ਼ੈਤਾਨ ਦੀ ਕੋਈ ਵੀ ਤਾਕਤ ਇਸ ਵਚਨ ਨੂੰ ਤੁਹਾਡੀ ਜ਼ਿੰਦਗੀ 'ਚ ਚੁਰਾ ਨਹੀਂ ਸਕਦੀ। ਖੁਦਾ ਦੇ ਪਿਆਰੇ ਤੇ ਇਕਲੌਤੇ ਪੁੱਤਰ ਯਿਸੂ ਮਸੀਹ ਨਾਸਰੀ ਦੇ ਨਾਮ 'ਚ ਮੰਗ ਲੈਂਦੇ ਹਾਂ। ਆਮੀਨ, ਆਮੀਨ, ਆਮੀਨ।